हर संत तुम्हारे जिन कर तन हर नामा प्रमाण गणे से आए सफल तना के कामा मेरे राम राय हर जन के हम बल जाई कैसा का कर चरण लावा चरण तोड़ मखलाई जन्म मरण दोहों में नाही जन पर उपकारी आए जी दान दे कौती लायना हर सन लैन मलाए सच्चा अमर सच्ची पातशाही सच्चे सेती राते सच्चा सुख सच्ची वड़ियाई जिसके से तन जाते पखा फेरी पानी ढोवा हर जन के पीसन पीस कमावा नानू की प्रपास विनंती तेरे जन देखन पावा हर जन के हों बल जाई हर जन के हों बल जाई मल जाए हर
हर जन के हों बल जाए, 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 हर जन के हों बल जाए। हर जन के हों बल जाए, 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 हर जन के हों बल जाए। जन के हों बल जाए, हर जन के हों बल जाए, जन के हों बल जाए, हर 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 जन के हों बल जाए। परम सत्कार जो गुरु साध संगत और ਵਡਭਾਗੇ ਹੋ ਜਿਨ੍ਹਾਂ ਨੂੰ ਇਸ ਭਾਗਾ ਸਮਾਂ ਪ੍ਰਾਪਤ ਹੋਇਆ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਗੁਰਬਾਣੀ ਪੜ੍ਹਨ ਸੁਣਨ ਵਾਸਤੇ ਸਮਾਂ ਮੌਲਕ ਮਿਲਿਆ। ਔਰ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੁੰਦਾ ਹੈ ਜਿਸ ਦਿਨ ਮਹਾਂਪੁਰਖਾਂ ਦੇ ਬ੍ਰਹਮ ਗਿਆਨੀਆਂ ਦੇ ਪਵਿੱਤਰ ਦਰਸ਼ਨ ਹੋਣ। ਵੱਡੇ ਭਾਗਾਂ ਨਾਲ ਪੂਰਨ ਸਾਹਿਬ ਦਾ ਦਰਸ਼ਨ ਹੋਇਆ ਕਰਦਾ ਹੈ। ਉਹਦੇ ਵੱਡੇ ਭਾਗ ਹਨ ਜੋ ਮਹਾਂਪੁਰਖਾਂ ਦੇ ਪਾਸ ਇਲਾਕੇ ਸੰਗਤ ਨੇ ਬੇਨਤੀ ਕੀਤੀ, ਮਹਾਂਪੁਰਖਾਂ ਨੇ ਮਨਜ਼ੂਰ ਕੀਤੀ, ਆਪਣੇ ਦਰਸ਼ਨ ਦਿੱਤੇ ਔਰ ਉਹ 2 ਦਿਨ ਦਾ ਸਮਾਂ ਸਤਸੰਗ ਦਾ ਬਖਸ਼ਿਆ। ਸਾਧ ਸੰਗਤ ਮਨੁੱਖਾ ਜਨੋਂ 1.84 ਲੱਖ ਜੂਨ ਦਾ ਚੱਕਰ ਕੱਟ ਕੇ ਜੀਵ ਆਤਮਾ ਨੂੰ ਪ੍ਰਾਪਤ ਹੋਇਆ ਹੈ। ਇਹ ਹੁਣ ਅਖੀਰਲਾ ਡੰਡਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ, 84 ਲੱਖ ਜੂਨ ਤੋਂ ਮੁਕਤ ਹੋਣ ਦਾ। ਸਾਹਿਬ ਫਰਮਾਉਂਦੇ ਹਨ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਂਦਾ। ਮਾਨੋ ਅਖੀਰਲਾ ਡੰਡਾ ਹੈ, ਇਹ ਮੌਕਾ ਹੈ, ਸਮਾਂ ਹੈ 84 ਲੱਖ ਜੂਨ ਦੇ ਚੱਕਰ ਤੋਂ ਬਚਣ ਵਾਸਤੇ। ਕਿਉਂਕਿ ਮਨੁੱਖਾ ਜਨਮ ਬੜੀ ਦੁਰਲੱਭ ਵਸਤੂ ਹੈ। ਗੁਰੂ ਸਾਹਿਬਾਨ ਨੇ ਇਸ ਨੂੰ 4 ਪਦਾਰਥਾਂ ਦੇ ਵਿੱਚ ਜਨਮ ਪਦਾਰਥ ਬੜਾ ਦੁਰਲੱਭ ਪਦਾਰਥ ਮੰਨਣਾ ਕੀਤਾ ਹੈ। 4 ਪਦਾਰਥ ਹਨ ਧਰਮ, ਅਰਥ, ਕਾਮ ਔਰ ਮੋਹ। ਗੁਰੂ ਸਾਹਿਬਾਨ ਨੇ ਮੰਨੇ ਹਨ ਨਾਮ ਪਦਾਰਥ, ਜਨਮ ਪਦਾਰਥ, ਗਿਆਨ ਪਦਾਰਥ ਔਰ ਪ੍ਰੇਮ ਪਦਾਰਥ। ਸਭ ਤੋਂ ਪਹਿਲੇ ਹੈ ਜਨਮ ਪਦਾਰਥ। ਪਰਮੇਸ਼ਰ ਨੇ ਕਿਰਪਾ ਕੀਤੀ ਜੋ ਸਾਨੂੰ ਮਨੁੱਖਾ ਜਨਮ ਮਿਲਿਆ ਹੈ, ਕਿਉਂਕਿ ਬੜੀਆਂ ਮੁਸ਼ਕਲਾਂ ਦੇ ਨਾਲ ਇਹ ਪ੍ਰਾਪਤ ਹੋਇਆ ਹੈ। ਇਸ ਵਾਸਤੇ ਸਾਹਿਬ ਫਰਮਾਉਂਦੇ ਹਨ,
ਭਈ ਪ੍ਰਾਪਤ ਮਾਨਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੀਵ ਵੱਡੇ ਭਾਗਾਂ ਨਾਲ ਇਹ ਮਨੁੱਖਾ ਸਰੀਰ ਰੂਪੀ ਦੇਹਰੀਆ ਦੇ ਪ੍ਰਾਪਤ ਹੋਈ ਹੈ ਤੈਨੂੰ। ਦੇਹਰੀਆ ਜਿਵੇਂ ਦੇਹਲੀ ਦੇ ਉੱਪਰ ਦੀਵਾ ਰੱਖਿਆ, ਅੰਦਰ ਵੀ ਬਾਹਰ ਵੀ ਚਾਨਣਾ ਕਰਦਾ ਹੈ, ਇਸੇ ਤਰ੍ਹਾਂ ਮਨੁੱਖਾ ਸਰੀਰ ਮਾਨੋ ਇੱਕ ਦੇਹਲੀ ਦੇ ਦੀਪਕ ਦੀਵੇ ਦੇ ਸਮਾਨ ਹੈ। ਇਹਦੇ ਨਾਲ ਅਸੀਂ ਆਪਣਾ ਪਰਲੋਕ ਵੀ ਸੰਵਾਰਨਾ ਹੈ ਔਰ ਆਪਣੇ ਕਾਰ ਵਿਹਾਰ ਦੁਨਿਆਵੀ ਇਹ ਵੀ ਚਲਾਉਣੇ ਹਨ, ਕਿਉਂਕਿ ਘਰ ਦੇ ਕਾਰ ਵਿਹਾਰ ਛੱਡਣੇ ਨਹੀਂ ਹਨ, ਕਰਨੇ ਹਨ, ਪਰ ਕਰਦਿਆਂ ਹੋਇਆਂ ਇਹਦੇ ਵਿੱਚ ਹੀ ਆਪਣੇ ਮਨੁੱਖਾ ਜਨਮ ਨੂੰ ਸੰਵਾਰਨਾ ਹੈ। ਇਸ ਵਾਸਤੇ ਸਤਿਗੁਰੂ ਜੀ ਕਥਨ ਕਰਦੇ ਹਨ, ਪ੍ਰਾਨੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਾ ਮੁਕਦੀ ਚੱਲੀ ਰਹਿਣ। ਇਹ ਮਨੁੱਖ ਤੋਂ ਦੁਨੀਆ ਦੇ ਉੱਪਰ ਕੋਈ ਲਾਹਾ ਲੈਣ ਵਾਸਤੇ ਆਇਆ ਹੈ। ਸਿਰਫ ਤੇਰਾ ਆਉਣਾ ਦੁਨੀਆ ਦੇ ਉੱਪਰ ਖਾਣਾ ਪੀਣਾ ਹੱਸਣਾ ਇਸ ਵਾਸਤੇ ਨਹੀਂ, ਤੇਰਾ ਆਉਣ ਦਾ ਕੋਈ ਇੱਥੇ ਪ੍ਰਯੋਜਨ ਹੈ। ਉਹ ਕੀ ਹੈ? ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨੋ ਸਹੇਲਾ। ਇਹ ਲਾਹਾ ਖੱਟਣ ਵਾਸਤੇ ਆਇਆ ਹੈ। ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨੋ ਸਹੇਲਾ। ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨੋ ਸਹੇਲਾ। आगे बसन सुहेला जी, बसन सुहेला जी, आगे 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 बसन सुहेला जी, बसन सुहेला जी। आगे बसन सुहेला जी, 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 आगे बसन सुहेला जी। संत डर की वेला संत डर की वेला चलो हर रहा आगे करो विनंती सुनो मेरे मीता। संत टहल की वेला इहाँ खाड़ चलो हर लाहा आगे बसन सहेला। सतगुरु जी कथन करते हैं
ਐ ਜੀ ਹੁਣ ਮਨੁੱਖਾ ਜਨਮ ਦਾ ਇਹ ਪ੍ਰਯੋਜਨ ਹੈ ਇੱਥੇ ਆਉਣ ਦਾ। ਸੰਗਤ ਦੀ, ਮਹਾਂਪੁਰਖਾਂ ਦੀ, ਦੇਸ਼ ਦੀ ਸੇਵਾ ਕਰਨੀ। ਸਾਧ ਸੰਗਤ ਸੇਵਾ ਪਰਉਪਕਾਰ ਜਿਹੜਾ ਮਨੁੱਖਾ ਸਰੀਰ ਦੇ ਵਿੱਚ ਹੀ ਹੁੰਦਾ ਹੈ, ਹੋਰ ਕਿਸੇ ਜੂਨੀ ਦੇ ਵਿੱਚ ਹੁੰਦਾ ਨਹੀਂ। ਕਿਸੇ ਨੇ ਕੁੱਤੇ ਬਿੱਲੇ ਵੀ ਦੇਖੇ ਹਨ ਜਾ ਕੇ ਬਾਰਡਰ ਤੇ ਗੋਲੀਆਂ ਚਲਾਉਂਦੇ, ਦੇਸ਼ ਦੀ ਰੱਖਿਆ ਕਰਦੇ। ਇਹ ਮਨੁੱਖ ਦੇ ਹਿੱਸੇ ਹੀ ਹੈ। ਦੇਸ਼ ਦੇ ਬਦਲੇ ਕੁਰਬਾਨੀ ਕਰਨੀ, ਕੌਮ ਵਾਸਤੇ ਕੁਰਬਾਨੀ ਕਰਨੀ, ਆਪਣੇ ਤੇ ਕੁਰਬਾਨੀ ਕਰਨੀ, ਆਪਣਾ ਆਪ ਸੰਵਾਰਨਾ। ਔਰ ਦੁਨੀਆ ਦੇ ਵਿੱਚ ਬੜੇ ਬੜੇ ਪਰਉਪਕਾਰ, ਗੁਰਦੁਆਰੇ ਬਣਾਉਣੇ, ਸਕੂਲ ਕਾਲਜ ਬਣਾਉਣੇ, ਹਸਪੀਟਲ ਬਣਾਉਣੇ, ਇਹ ਮਨੁੱਖਾ ਸਰੀਰ ਦੇ ਵਿੱਚ ਹੀ ਸਭ ਕੁਛ ਪਾਇਆ ਜਾਂਦਾ ਹੈ। ਇਹ ਮਨੁੱਖ ਤੂੰ ਹੁਣ ਸਮਾਂ ਹੈ, ਹੁਣ ਤੂੰ ਲਾਹਾ ਖੱਟ ਕੇ ਜਾ, ਲਾਭ ਪ੍ਰਾਪਤ ਕਰਕੇ ਜਾ। ਕਿਉਂਕਿ ਜੇ ਖਾਲੀ ਜਾਵੇਂਗਾ ਤਾਂ ਫਿਰ ਤੈਨੂੰ ਪਤਾ ਹੈ ਅੱਗੇ ਜਿੱਥੇ ਜਾਣਾ ਹੈ ਉਹ ਬੜੇ ਰਸਤੇ ਕਠਿਨ ਹਨ। ਜੇ ਤੂੰ ਕੁਛ ਲੈ ਕੇ ਨਹੀਂ ਜਾਵੇਂਗਾ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰ ਕੇ ਬੈਸਣ ਨਾਹੀਂ ਜਾਏ। ਇਹ ਮਨੁੱਖ ਜੇ ਤੂੰ ਮਨੁੱਖਾ ਜਨਮ ਦਾ ਲਾਹਾ ਖੱਟ ਕੇ ਪੱਲੇ ਕੋਈ ਪਰਉਪਕਾਰਾਂ ਦਾ ਖਰਚ ਲੈ ਕੇ, ਨਾਮ ਦਾ ਖਰਚ ਲੈ ਕੇ ਨਹੀਂ ਜਾਵੇਂਗਾ ਤਾਂ ਫਿਰ ਜੇ ਦਾਗਾਂ ਦੇ ਦੋਸ਼ ਲੈ ਕੇ ਪਾਪਾਂ ਨੂੰ ਪੱਲੇ ਬੰਨ ਕੇ ਲੈ ਜਾਵੇਂਗਾ, ਦਰਗੇ ਬੈਸਣ ਨਾਹੀਂ ਜਾਏ, ਤੈਨੂੰ ਦਰਗਾਹ ਵਿੱਚ ਸੁਖ ਰੂਪੀ ਥਾਂ ਬੈਠਣ ਨੂੰ ਨਹੀਂ ਮਿਲਣੀ। ਸਵਾਸਤੇ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਸੁਖ ਦੇ ਨਾਲ ਪਰਲੋਕ ਨੂੰ ਜਾਣਾ ਚਾਹੁੰਦਾ ਹੈ, ਤਾਂ ਫਿਰ ਜਿਸ ਰਸਤਿਆਂ ਦੇ ਕੋ ਗਿਣੇ ਨਹੀਂ ਜਾਂਦੇ ਉਹਨਾਂ ਦੇ ਵਿੱਚ ਫਿਰ ਸਾਧ ਸੰਗਤ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਜੈ ਮਾਤ ਪਿਤਾ ਸੁਖ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਮਾਤਾ ਪਿਤਾ ਭੈਣ ਭਾਈ ਕਿਸੇ ਨੇ ਸਹਾਇਤਾ ਨਹੀਂ ਕਰਨੀ, ਇਹੋ ਜਿਹੇ ਕਠਿਨ ਬਿਖੜੇ ਰਸਤਿਆਂ ਵਿੱਚ ਇਸ ਜੀਵ ਆਤਮਾ ਨੂੰ ਜਾਣਾ ਪੈਣਾ ਹੈ। ਉਸ ਰਸਤੇ ਜਾਣ ਵਾਸਤੇ, ਸੁਖ ਵਾਸਤੇ ਹੈ ਮਨੁੱਖ ਪਰਉਪਕਾਰਾਂ ਦਾ ਨਾਮ ਦਾ ਖਰਚ ਬਣਨਾ ਕਰ। ਅੱਗੇ ਰਾਹ ਦਾ ਖਰਚ ਨਾ ਲਈ
जिह मार के गने जाहे ना कोसा, हर का नाम उहाँ संग तोसा। साध संगत जिसने ट्रेन गड्डी बंबे ਜਾਂ कलकत्ते जाना होवे, जिस दे पास सारी सहूलत है, टिकट है और रस्ते का खर्च है खाण पीण वास्ते, उसनों कोई सफ़र का दुख नहीं। वो बहुत खुशी उत्साह के नाल अपने सफ़र ਨੂੰ तय करता है और ठिकाने जा पहुँचता है। जिस दे पास ना टिकट है और ना ही कोई रस्ते का खर्च है, साध संगत फिर उसे ਨੂੰ पता है बे टिकटे गड्डियां चढ़ते कदे किते लुकते कदे किते ਜਾਂ टीटी आउंदे ਹਨ। ना उन्होंने पास भुख लगी तो कोई यहो जी चीज़ है भी मुल है कि जब है ही कुछ नहीं पल्ले लंघ फिर रहे हैं, कोई इंतजाम नहीं किया सफ़र का। पर साथ साथ जिन्हों के पास सफ़र का सारा समान तैयार है, बड़ी खुशी के नाल इसी तरह ही जाना साथ साथ सब ने। पर लोग दी टिकटां सब नूं लैणियां पैणियां, इहो जिहा कोई नहीं भी जिहड़ा दुनिया दे आके कहे भी मैं सफ़र करना नहीं, जाना ही नहीं। इत्थों जाना सब ने है, जो आया सो जाए सी सब कोई आई वारी। ਜਿਹੜਾ ਆਇਆ ਦੁਨੀਆ ਦੇ ਉੱਪਰ ਸਭ ਨੇ ਜਾਣਾ ਹੈ। ਪਰ ਸਾਧ ਸੰਗਤ ਮਹਾਂਪੁਰਖਾਂ ਨੇ ਆਪਣੇ ਪਾਸ ਖਰਚ ਬੰਨਿਆ ਹੁੰਦਾ ਹੈ ਅੱਗੇ ਪਰਲੋਕ ਦੇ ਜਾਣ ਵਾਸਤੇ। ਤਾਂ ਹੀ ਤਾਂ ਦੱਸਿਆ ਕਿ ਵੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਕਿਉਂ ਆਨੰਦ, ਕਿਉਂ ਖੁਸ਼ੀ? ਉਹਨਾਂ ਨੇ ਕਿਹਾ ਵੀ ਦੁੱਖ ਕਿਉਂਕਿ ਜਦ ਹੋਰ ਸਾਰੇ ਮੌਤ ਨੂੰ ਸੁਣ ਕੇ ਦੁਖੀ ਹੁੰਦੇ ਨੇ, ਕੋਈ ਖਰਚ ਨਹੀਂ ਬੰਨਿਆ। ਜਿਨ੍ਹਾਂ ਨੇ ਖਰਚ ਬੰਨਿਆ ਹੈ, ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ। गुरु नानक देव जी कथन करते हैं, मनुख चंगे गुणों का तो खर्च बन। ये ना समझ भी कल नूं कर लूं चंगा गुण, कल किनू आया। इस देही को सिमरन देव, सो देही पज हर की से। साथ इस शरीर ਨੂੰ देवता लोग तरसते हैं। 33 करोड़ देवता तरसता है, क्योंकि देवते अनुसार अधिकार नहीं अगे मुक्त होने का। पुन करके देवता लोग सुरग लोक दे विच जांदे हैं। सुरग लोक देवता शरीर प्राप्त होंदा है, पर उस तो अगे कोई अधिकार नहीं भजन पाठ करन दा और मुक्त होने का। पुण्य का फल भोग करके खीणत पुण्य चरती लोके, जब पुण्य खत्म हो जाते हैं मात लोक दे विच गिराए जाते हैं, फिर उन्होंने किसी अमीर घर दे विच जन्म दिता जाता है। पर साध संगत एक मनुखा शरीर है, इस दे विच अपने कर्म करके कमाई करके भजन पाठ करके चाहे देवता बन जाए चाहे खुद परमेश्वर बन जाए, मनुखा जन्म दे विच अधिकार है। इतनी बड़ी मनुखा जन्म शरीर की वडियाई है। कुछ बन जाए, देवता बन जाए चाहे परमेश्वर बन जाए। हुण लोचदे चाहुंदे हन कि जे सानूं मनुखा जन्म मिले और असीं अपने बंदगी करिए, भगती करके गुरु नानक की सिक्खी धारण करके असीं भी अपने मुक्त हो जाइए। हुण साध संगत जिस नूं देवता तरसदे हन ਉਹ ਸਾਨੂੰ प्राप्त है। ਤੇ ਜੇ ਹੁਣ ਅਸੀਂ ਹੱਥੋਂ ਗਵਾ ਲਈ, ਅਸੀਂ ਉਹ ਕੰਮ ਨਾ ਕਰੀਏ ਮੁਕਤ ਹੋਣ ਦਾ, ਤਾਂ ਫਿਰ ਸਾਧ ਸੰਗਤ ਆਪੇ ਹੀ ਸੋਚ ਲਓ ਵੀ ਅਸੀਂ ਕਿਤਨੇ ਕੁ ਦਿਮਾਗਦਾਰ, ਕਿਤਨੇ ਕੁ ਸਿਆਣੇ ਹਾਂ। ਅੱਜ ਕੱਲ੍ਹ ਮਨੁੱਖ ਆਪਣੇ ਆਪ ਨੂੰ ਬੜਾ ਸਿਆਣਾ ਕਹਾਉਂਦਾ, ਪਰ ਸਾਧ ਸੰਗਤ ਸਿਆਣਪ ਇਹ ਕਾਹਦੀ ਹੈ? ਸਿਆਣਪ ਤਾਂ ਉਹ ਹੈ ਜਿਸ ਨੇ ਆਪਣੇ ਮਨੁੱਖਾ ਜਨਮ ਨੂੰ ਸੰਵਾਰ ਲਿਆ, ਦੁਨੀਆ ਦੇ ਵਿੱਚ ਆ ਕੇ ਭਲਾਈ ਪਰਉਪਕਾਰ ਵਾਲਾ ਕੰਮ ਕੀਤਾ। ਸਾਧ ਸੰਗਤ ਦੇਖੋ, ਮਹਾਂਪੁਰਖ ਦਿਨ ਰਾਤ ਕਿਵੇਂ ਲੋਕ ਭਲਾਈ ਵਾਸਤੇ ਆਪਣੇ ਸੁਖ ਰਾਮ ਨੂੰ ਛੱਡ ਕਰਕੇ ਲੱਗੇ ਹੋਏ ਹਨ। ਉਹ ਨਹੀਂ ਚਾਹੁੰਦੇ ਸੁਖ ਦੇ ਨਾਲ ਬੈਠ ਗਏ। ਨਹੀਂ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਹੈ ਪਰਉਪਕਾਰ, ਵਿੱਚ ਦੁਨੀਆ ਸੇਵ ਕਮਾਈਏ
ਤਾਂ ਦਰਗੇ ਬੈਸਣ ਪਾਈਏ। ਤੁਹਾਡੇ ਸਾਹਮਣੇ ਮਹਾਂਪੁਰਖ ਬੈਠੇ ਦਰਸ਼ਨ ਦੇ ਰਹੇ ਹਨ ਸਾਧ ਸੰਗਤ। ਇਹਨਾਂ ਨੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਤੋਂ ਪਹਿਲੇ ਸਾਧ ਸੰਗਤ ਬੱਚਿਆਂ ਦੀ ਪੜ੍ਹਾਈ ਵਾਸਤੇ ਸਕੂਲ ਬਣਾਇਆ ਸੀ। ਨਾ ਕੋਈ ਰਾਹ, ਨਾ ਕੋਈ ਗੱਡੀਆਂ ਟਰੱਕਾਂ ਦਾ ਇੰਤਜ਼ਾਮ, ਬੜੀਆਂ ਮੁਸ਼ਕਲਾਂ ਦੇ ਨਾਲ, ਗੱਡਿਆਂ ਦੇ ਨਾਲ, ਨਹਿਰਾਂ ਦੇ ਪੱਟੀਆਂ ਤੇ ਬੜੇ ਮੁਸ਼ਕਲਾਂ ਨਾਲ ਸਮਾਨ ਲਿਆ ਕੇ ਸਕੂਲ ਬਣਾਇਆ। ਸਿਰਫ ਪਰਉਪਕਾਰ ਨੂੰ ਮੁੱਖ ਰਾਹ ਕਰਕੇ ਦੁਨੀਆ ਦੇ ਵਿੱਚ ਸੇਵਾ ਹੀ ਸਭ ਤੋਂ ਵੱਡਾ ਮੁੱਖ ਸਾਧਨ ਹੈ। ਸਤਿਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਸਭ ਤੋਂ ਵੱਡਾ ਸਾਧਨ ਮੰਨੀ ਹੀ ਸੇਵਾ ਹੈ। ਮੇਰੀ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਦੁਨੀਆ ਦੇ ਵਿੱਚ ਸੇਵਾ ਕਰਕੇ ਪਰਮੇਸ਼ਰ ਦਰਗਾਹ ਦੇ ਵਿੱਚ ਸੁੱਖ ਦੇ ਨਾਲ ਬੈਠਣ ਨੂੰ ਜਗ੍ਹਾ ਮਿਲਦੀ ਹੈ। ਸੇਵਾ ਬਹੁਤ ਵੱਡਾ ਪਦਾਰਥ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਕਥਨ ਕੀਤਾ ਹੈ, ਨਾਮ ਜਪੀਏ ਤਾਂ ਦੂਰ ਹੋਵੇ की चाकरी महा करड़ी सुख सार, कृपा करे जे अपनी तिस लाए हेत प्यार, सतगुर की सेवा लग्या भवजल तरे संसार। सतगुरु की सेवा करके साध संगत संसार सागर तो तर जाइदा है। जिसने भी सेवा की, कल सुनिया प्रेमिया ने, जिवें गुरु नानक देव महाराज की पवित्र सेवा करके गुरु अंगद देव महाराज दुनिया के पूजनीक बने। गुरु अंगद देव महाराज की पवित्र सेवा करके बाबा अमरदास जी महाराज गुरु नानक का तीसरा स्वरूप बने। इस तरह गुरु घर दे विच इहो जे महापुरख होए ते हो रहे हैं, हुण सेवा कर रहे हैं। तुहाडे सामने दिन रात लंगर चलाने, संगतां दे परोपकार वास्ते स्कूल कॉलेज और इमारतां बनाउणियां। बड़े बड़े गुरु घर दे विच महापुरख होए हैं। भाई बहिलो वर्गे, भाई बहिलो सब तो पहलों पदवी प्राप्त हुई। भाई मंझ वर्गे महापुरख होए, जिन्हां ने इहो जी सेवा गुरु घर दी कीती। वर लए मंझ प्यारा गुरु को गुर मंझ प्यारा, मंझ गुरु का बोहे था जग लंघन हारा। ये पदवियां प्राप्त कीतियां सेवा करके। सेवा दे विच बहुत वड्डी ताल साध संगत, बड़े बड़े शक्तियां दे मालक बने महापुरख। बाबा बुढ़ा साहब जी वर्गे जिन्हों ने इतनी गुरु घर की सेवा की, जो बचन कर देंदे संसार संत वरदा जां शराब दा, उन्होंने कोई मोड़न वास्ते समर्थ नहीं सी। जे बचन करता बुढ़ा साहब जी ने कि रामदासपुरे भाजड़ के न पाई। माता गंगा जी गई सी पुत्र का वर लैण वास्ते, पर गई सी साध संगत जी राज ठाठ दे रथां दे उपर सवार हो के गंत नाल साजो समान सेवा दा धूड़ उड़दी जांदी आ। पुछया कौन आ रहे? सेवादार महाराज गुरु के आ रहे, गुरु के महल माता गंगा जी। सुते ही वचन होया, कहन लगे भी गुरु महाराज नूं उन्हां गुरु के नूं किहने भाजड़ पाती। साध संगत फिर गुरु अर्जन देव महाराज ने जब सुलही पठान गया चढ़ के, गुरु अर्जन देव महाराज नूं भाजड़ पई, छड़ के वडाली जाके वसे। जिन्हां दे बचन मोड़न वास्ते कोई समर्थ नहीं सी, इहो जे महापुरख होए गुरु घर दी सेवा करके।
बड़िया बड़िया करनिया वाले रामदास सरोवर की सेवा चल रही है। बेअंत सिख दिन रात सेवा करके इतनिया ताकतां दे मालक ब्रह्म ज्ञान नूं प्राप्त हो रहे हैं। एक बठिंडे दे वसण वाला गंगा राम पुरोहित नाल व्यापार का काम करता। 500 मण उसने बाजरा उठां दे उपर लद्या। चलदा होया दुआबे देश दे विच आया, चाहुंदा मेरा कोई कट्ठा बाजरा सारा ही खरीद लवे। जिसने नहीं खरीदिया कट्ठा बाजरा, 500 मण उठां ते बाजरा लद्या होया। चलदा चलदा माझे देश में चले गया, श्री अमृतसर साहिब के पास पहुंचा। महिमा सुनी कि गुरु के इत्थे सेवा करा रहे हैं। इसका भी फुरना बनया कि गुरु के दर्शन करिए। आ गया श्री अमृतसर साहिब, अजे बहुता वस्या नहीं थी। छपरियां छपरियां आदि की सन और बहुत संगत दिन रात सेवा कर रही है। बाहर डेरा लाया, आया गुरु के दर्शना वास्ते। दर्शन किए, संगतां नूं सेवा करदियां देख के साध संगत दे मन विच बहुत प्रसन्नता, बड़ी खुशी हुई। कर्म जागने सन। कुछ दिन रहा इत्थे, कुदरती खेड़ ऐसी वरती, गुरु घर दा लंगर मस्ताना हो गया। महाराज कोई राशन बाहरों नहीं आया, लंगर मस्ताना है। हुण की इंतजाम है? कहने लगे भी प्रमीड़ा उठां वाला आया होया इत्थे बाजरा लैके, उसनूं पुछ लो बेचना। उसने पूछा, उसनूं कहने लगा हाँ जी मैं इकट्ठा बेचना चाहना। कहने लगे चंगा भी अद्धा दे दे, अद्धा फिर देख लेंगे। 250 मण बाजरा लै करके साध संगत गुरु के लंगर के वास्ते पी के लंगर तैयार किया। बेअंत सिख संगतां उत्थे सेवा कर रही सन। दूसरे दिन फिर उसी तरह कोई बाहरों राशन आया। महाराज अज भी नहीं आया। कहने लगे फिर दूसरा भी लै लो, बाकी जिन्ना रहिंदा वो भी लै लिया। महाराज कहने लगे ब्राह्मण देवता जी तुसी कुछ दिन उडीक करो, सगरान का जोड़ मेला आना है, बेअंत संगत आउणगियां, तुहाडे उस दिन सारे पैसे देवांगे। कहने लगा चंगा महाराज तुहाडी खुशी है। हुण साध संगत बाकी उठ तो सारे वापस मोड़ते, सेवादार आप पैसे की उडीक वास्ते इत्थे रह पिया, नाले हुण सेवा करनी शुरू करती। सेवा करदियां करदियां इसका मन इतना शुद्ध हो गया। जब सगरान का जोड़ मेला आया, महाराज ने बुलाया उस गंगा राम ब्राह्मण नूं। देवता जी तुसी बड़ी मौके की संभाल की, लंगर मस्ताना सी गुरु का, दसो अपनी कीमत तो वध कीमत लो तुहानूं देवांगे। हुण गंगा राम ब्राह्मण दे भाग जाग पे, पूर्ण कर्म अंकर जा प्रगटे, भेटियो पुरख कबै रागी। हथ जोड़े गल विच पाया पल्ला, साध संगत उस समय बेनती लगा कर सच्चे पातशाह हुण मैनूं बाजरियां दे पैसे की लोड़ नहीं, हुण तां जिहड़ा मेरा शरीर ये भी आपदा ही है। हुण तां जे किरपा करके देना चाहुंदे हो तां महाराज हुण मैनूं ते पैसों दे विच ना भरमाओ, हुण तां किरपा करके अपने चरनां दी प्रीति और सिੱਖੀ दा दान, नाम दा दान बख्शो और ये खैर मेरी झोली दे विच पाओ। पावना जी मैनू खैर
ਇਹ ਹੈ ਅਸਲ ਮੰਗ। ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਮੰਗਾਂ ਮੰਗਦੇ ਹਨ ਸਾਰੇ, ਪਰ ਸਾਧ ਸੰਗਤ ਮੰਗ ਗੁਰੂ ਦੇ ਪਾਸੋਂ ਮੰਗਣੀ ਨਹੀਂ ਆਉਂਦੀ। ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਮਰਤੇ ਕੋ ਘੜੀ ਨਾ ਲਾਗੇ। ਸਾਧ ਸੰਗਤ ਜਿਸ ਨੇ ਨਾਮ ਦੀ ਦਾਤ ਮੰਗ ਲਈ, ਦੁਨੀਆ ਦੇ ਸਾਰੇ ਪਦਾਰਥ ਉਹਦੇ ਪਿੱਛੇ ਆ ਜਾਂਦੇ ਹਨ। ਆਮ ਕਹਾਵਤ ਹੈ, ਹਾਥੀ ਦੀ ਪੈੜੇ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ ਹਨ। ਜਿਸ ਨੂੰ ਸਿੱਖੀ ਦੀ ਦਾਤ ਮਿਲ ਗਈ, ਨਾਮ ਦੀ ਦਾਤ ਮਿਲ ਗਈ, ਸਾਧ ਸੰਗਤ ਦੁਨੀਆ ਦੇ ਪਦਾਰਥ ਸਾਰੇ ਉਹਦੇ ਪਿੱਛੇ ਲੱਗਦੇ ਹਨ। ਆਹ ਤੁਸੀਂ ਦੇਖ ਨਹੀਂ ਰਹੇ, ਤੁਹਾਡੇ ਕੋਲੇ ਕਿਹੜਾ ਵਲੈਤ ਵਿੱਚ ਹੈ। ਸਾਧ ਸੰਗਤ ਜਦ ਆ ਕੇ ਬੈਠੇ ਸੀ ਰਾੜੇ ਸਾਹਿਬ ਦੀ ਧੱਕੀ ਦੇ ਵਿੱਚ, ਕੇਵਲ ਕਸ਼ਹਿਰਾ ਪਰਨਾ ਸੀ ਕੋਲੇ। ਪਰ ਅੱਜ ਤੁਸੀਂ ਆਪੇ ਜਾ ਕਰਕੇ ਦੇਖ ਲਓ ਕਿਵੇਂ ਮਾਇਆ ਪਿੱਛੇ ਭੱਜੀ ਫਿਰਦੀ ਹੈ। ਸਾਧੂ ਕੇ ਠਾਂਡੀ ਦਰਬਾਰ, ਸ਼ਰਮ ਤੇਰੀ ਮੋਕੋ ਨਿਸਤਾਰ। ਦਿਨ ਰਾਤ ਲੰਗਰ ਚੱਲ ਰਹੇ, ਪਤਾ ਹੀ ਨਹੀਂ ਕਿ ਕਿਧਰੋਂ। ਇਹ ਸਾਧ ਸੰਗਤ ਜਿਹਨੇ ਨਾਮ ਦੀ ਦਾਤ ਮੰਗ ਲਈ, ਗੁਰੂ ਦੇ ਪਾਸੋਂ ਸਿੱਖੀ ਦੀ ਦਾਤ ਮੰਗ ਲਈ, ਜਿਹੜਾ ਸੂਰਜ ਵੱਲ ਮੂੰਹ ਕਰਕੇ ਤੁਰਦਾ, ਪਰਛਾਵਾਂ ਛਾਂ ਉਹਦੇ ਪਿੱਛੇ ਆਉਂਦੀ ਆ। ਜੋ ਸੂਰਜ ਨੂੰ ਪਿੱਠ ਦੇ ਕੇ ਇਧਰ ਨੂੰ ਤੁਰਦਾ, ਤੇ ਛਾਂ ਨੂੰ ਫੜਨਾ ਚਾਹੇ ਕਦੇ ਨਹੀਂ ਫੜੀ ਜਾਂਦੀ। ਮਾਇਆ ਜਿਹੜੀ ਰੱਬ ਦੀ ਛਾਇਆ, ਇਹ ਜਗ ਮਾਇਆ ਤਾਂ ਕੀ ਛਾਇਆ। ਰੱਬ ਦੀ ਛਾਇਆ ਜੇ ਇਸ ਨੂੰ ਫੜਨਾ ਚਾਹੇ ਕਦੇ ਨਹੀਂ ਫੜੀ ਜਾਓ, ਚਾਹੇ ਲੱਖਾਂ ਯਤਨ ਕਰੋ। ਜਿਹੜੇ ਮਾਇਆ ਦੇ ਪਿੱਛੇ ਲੱਕ ਬੰਨ ਕੇ ਪਏ ਸਾਧ ਸੰਗਤ, ਨਹੀਂ ਮਾਇਆ ਮਿਲਦੀ। ਹਾਂ, ਪਾਪਾਂ ਨਾਲ ਤਾਂ ਇਕੱਠੀ ਹੋ ਜਾਂਦੀ ਆ, ਪਾਪਾਂ ਬਾਝੋਂ ਹੋਵੇ ਨਹੀਂ। ਪਰ ਸਾਧ ਸੰਗਤ ਜਿਹੜੇ ਰੱਬ ਵੱਲ ਮੂੰਹ ਕਰਕੇ ਤੁਰਦੇ, ਮਾਇਆ ਉਹਨਾਂ ਦੇ ਪਿੱਛੇ ਪਿੱਛੇ ਭੱਜੀ ਫਿਰਦੀ ਹੈ। ਸ਼ਰਮ ਤੇਰੀ ਮੋਕੋ ਨਿਸਤਾਰ। ਹੱਥ ਜੋੜ ਕੇ ਸੇਵਾ ਵਾਸਤੇ ਲੱਗੀ ਹੈ ਵੀ ਮਹਾਰਾਜ ਕਿਰਪਾ ਕਰੋ। ਇਹ ਸੇਵਾ ਦਾ ਸਾਧ ਸੰਗਤ ਜੀ ਫਲ ਹੈ। ਜਿਨ੍ਹਾਂ ਨੇ ਮੰਗਿਆ ਨਾਮ ਦੀ ਦਾਤ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਸਾਧ ਸੰਗਤ ਮੰਗ ਜਿਹੜੀ ਆ, ਇਹ ਵੀ ਉਦੋਂ ਹੀ ਚੰਗੀ ਮੰਗੀ ਜਾਂਦੀ ਆ ਜੇ ਸਮੇਂ ਮਨ ਸੁੱਧ ਹੋਵੇ। ਜਿਹਦਾ ਮਨ ਮਿਲਾ ਸਾਧ ਸੰਗਤ, ਉਹ ਵੀ ਇਹੋ ਜਿਹੀ ਮਾੜੀ ਮੰਗ ਮੰਗੂਗਾ ਜਿਹੜੀ ਦੁੱਖ ਦਾ ਕਾਰਨ ਬਣਦੀ ਹੈ। ਜਿਵੇਂ ਇੱਕ ਘਰ ਦੇ ਵਿੱਚ 3 ਮੈਂਬਰ ਬੜੇ ਗਰੀਬ ਸਨ। ਇੱਕ ਲੜਕਾ, ਉਹਦੇ 2 ਮਾਤਾ ਪਿਤਾ, ਬਸ 3 ਹੀ ਸਨ ਗਰੀਬੀ ਘਰ ਦੇ ਵਿੱਚ। ਪਤਾ ਲੱਗਾ ਵੀ ਸ਼ਿਵ ਜੀ ਬੜੇ ਭੋਲੇ ਨਾਥ, ਛੇਤੀ ਖੁਸ਼ ਹੋ ਜਾਂਦੇ ਵਰਾਂ ਦੇ ਦਾਤਿਆਂ ਨੇ, ਆਪਾਂ ਉਹਨਾਂ ਦੀ ਤਪੱਸਿਆ ਕਰੋ। ਬਾਹਰ ਜਾ ਕੇ ਤਿੰਨੇ ਹੀ ਇੱਕ ਜਗ੍ਹਾ ਤਾਂ ਲੜਕਾ ਬੈਠ ਗਿਆ, ਥੋੜੀ ਜਿਹੀ ਵਿਅਕਤੀ ਉਹਦੀ ਮਾਤਾ ਬੈਠ ਗਈ, ਕੁਝ ਫੈਸਲੇ ਤੋਂ ਉਹਦਾ ਪਿਤਾ ਬੈਠ ਕੇ, ਤਿੰਨੇ ਲੱਗੇ ਜੈ ਸ਼ਿਵ ਭਗਵਾਨ ਦੀ, ਜੈ ਸ਼ੰਕਰ ਭਗਵਾਨ ਦੀ। ਭੋਲਾ ਨਾਥ ਥੋੜੇ ਸਮੇਂ ਵਿੱਚੋਂ ਆਪ ਪ੍ਰਗਟ ਹੋਇਆ। ਬਹੁਤ ਖੁਸ਼ ਹੋਇਆ, ਕਹਿਣ ਲੱਗਾ ਵੀ ਮੈਂ ਤੁਹਾਡੇ ਉੱਪਰ ਬਹੁਤ ਖੁਸ਼ ਹੈ। ਆ ਗਿਆ ਜਿੱਥੇ ਉਹਦੀ ਮਾਤਾ ਤਪ ਕਰ ਰਹੀ ਸੀ। ਕਹਿਣ ਲੱਗੇ ਬੇਟਾ ਮੈਂ ਤੇਰੇ ਤੇ ਬੜਾ ਖੁਸ਼, ਤੂੰ ਮੇਰਾ ਬੜਾ ਭਜਨ ਕੀਤਾ, ਮੰਗ ਕੀ ਚਾਹੁੰਦੀ ਆ। ਹੁਣ ਸਾਧ ਸੰਗਤ ਹੋਵੇ ਸ਼ਿਵ ਜੀ ਭਗਵਾਨ ਖੁਸ਼, ਤੇ ਹੁਣ ਸਾਧ ਸੰਗਤ ਮੰਗ ਕਿਹੜੀ ਆਉਣੀ ਮੰਗਣੀ। ਲੜਕੀਆਂ ਨੂੰ ਬਹੁਤੇ ਹਾਰ ਸ਼ਿੰਗਾਰ ਤੇ ਸੁੰਦਰ ਸਰੂਪ ਗਹਿਣੇ ਦਾ ਚਾਹ ਹੁੰਦਾ। ਕਹਿਣ ਲੱਗੀ ਮਹਾਰਾਜ ਮੈਨੂੰ ਕਿਰਪਾ ਕਰਕੇ ਸੁੰਦਰ ਸਰੂਪ ਤੇ ਸੋਹਣੇ ਬਸਤਰ ਤੇ ਗਹਿਣੇ ਮਿਲ ਜਾਣ। ਸ਼ਿਵ ਜੀ ਕਹਿਣ ਲੱਗੇ ਤਥਾਸਤੂ। ਉਸੇ ਸਮੇਂ ਸਾਧ ਸੰਗਤ ਭੋਲੇ ਨਾਥ ਦਾ ਵਰ ਕਿਹੜਾ ਉੱਥੇ ਦੇਰੀ ਲੱਗਣੀ ਸੀ। ਸੁੰਦਰ ਸਰੂਪ, ਨੌਜਵਾਨ ਔਰ ਗਹਿਣਿਆਂ ਦੇ ਨਾਲ ਭਰ ਗਈ, ਸੋਹਣੇ ਬਸਤਰ। ਇਤਨੇ ਚਿਰ ਨੂੰ ਇੱਕ ਰਾਜਾ ਜਾਂਦਾ, ਦੇਖਿਆ ਉਹ ਕੱਲੀ ਸੁੰਦਰ ਨੌਜਵਾਨ ਲੜਕੀ ਜੰਗਲ ਦੇ ਵਿੱਚ ਬੈਠੀ। ਉਸੇ ਸਮੇਂ ਕਹਿਣ ਲੱਗਾ ਬੈਠ ਘੋੜੇ ਦੇ ਪਿੱਛੇ, ਚੱਲ ਤੈਨੂੰ ਮੈਂ ਮਹਿਲਾਂ ਦੇ ਵਿੱਚ ਲੈ ਕੇ ਚੱਲਾਂ, ਤੂੰ ਇੱਥੇ ਜੰਗਲ 'ਚ ਬੈਠੀ ਕੱਲੀ। ਬੈਠ ਗਈ। ਸਾਧ ਹੁਣ ਕਾਹਨੂੰ ਪੈਂਦੀ ਉੱਥੇ ਜੰਗਲ ਦੇ ਵਿੱਚ, ਭੁੱਲ ਗਈ ਨਾ ਪੁੱਤ ਨੂੰ ਨਾ ਆਪਣਾ ਮਾਲਕ ਯਾਦ। ਇੰਨੇ ਚਿਰ ਨੂੰ ਸ਼ਿਵ ਜੀ ਮਹਾਰਾਜ ਆ ਕੇ ਜਿੱਥੇ ਉਹਦਾ ਮਾਲਕ ਤਪ ਕਰ ਰਿਹਾ ਸੀ। ਭਗਤਾ ਮੰਗ ਵਰ ਕੀ ਮੰਗਦਾ, ਬੜਾ ਖੁਸ਼ ਆ। ਦੇਖਿਆ ਵੀ ਹੁਣ ਸਾਡੇ ਕੋਲੇ ਬੈਠੀ ਸੀ, ਬਣ ਗਈ ਰਾਣੀ, ਚੜ ਗਈ ਰਾਜੇ ਦੇ ਪਿੱਛੇ। ਬੜਾ ਗੁੱਸੇ ਵਿੱਚ ਆਇਆ, ਕਹਿਣ ਲੱਗਾ ਭਗਵਾਨ ਮੈਂ ਕੁਝ ਨਹੀਂ ਮੰਗਦਾ, ਮੇਰੇ ਘਰ ਵਾਲੀ ਸੂਰੀ ਬਣ ਜਾਵੇ। ਦੇਖ ਲਓ ਮੰਗ ਲਿਆ ਵਰ ਤਪ ਕਰਕੇ। ਉਹ ਤਾਂ ਸਾਧ ਸੰਗਤ ਲੱਗੀ ਰਾਜ ਦੇ ਪਿੱਛੇ ਘੁਰ ਘੁਰ ਸੂਰ ਵਾਂਗੂ ਕਰਨ। ਰਾਜੇ ਨੇ ਦੇਖਿਆ ਵੀ ਇਹ ਤਾਂ ਕੋਈ ਬੜਾ ਭੂਤ ਨਹੀਂ ਆ, ਮਿੰਟ 'ਚ ਹੀ ਬਦਲ ਗਈ। ਮਾਰੀ ਵਗਾ ਕੇ ਆਪ ਘੋੜਾ ਭਜਾ ਕੇ ਲੈ ਗਿਆ। ਫੇਰ ਆਈ ਹੁਣ ਉਹ ਮੁੰਡੇ ਦੇ ਆਲੇ ਦੁਆਲੇ ਭੱਜੀ ਫਿਰਦੀ, ਘੁਰ ਘੁਰ ਕਰਦੀ, ਬੜੀ ਦੁਖੀ, ਮੇਰਾ ਹੁਣ ਭਲਾ ਕਰਾ। ਸ਼ਿਵ ਜੀ ਉਹਦੇ ਪਾਸ ਆ ਕੇ ਜਿੱਥੇ ਉਹਨਾਂ ਦਾ ਲੜਕਾ ਤਪ ਕਰ ਰਿਹਾ ਸੀ। ਭਗਤਾ ਵਰ ਮੰਗ, ਮੈਂ ਤੇਰੇ ਤੇ ਬਹੁਤ ਖੁਸ਼ ਹਾਂ। ਉਸ ਲੜਕੇ ਨੇ ਆਪਣੀ ਮਾਂ ਦੀ ਹਾਲ ਦੇਖੀ ਵੀ ਇਹ ਤਾਂ ਸੂਰੀ ਬਣ ਗਈ, ਬੜੀ ਦੁਖੀ ਆ। ਕਹਿਣ ਲੱਗਾ ਭਗਵਾਨ ਮੈਂ ਵਰ ਕੁਛ ਨਹੀਂ ਮੰਗਦਾ, ਮੇਰੀ ਮਾਂ ਜਿਹੋ ਜਿਹੀ ਸੀ ਉਹੋ ਜਿਹੀ ਹੋ ਜਾਵੇ। ਕਹਿਣ ਲੱਗੇ ਤਥਾ, ਜਿਹੋ ਜਿਹੇ ਗਏ ਸੀ ਉਹੋ ਜਿਹੇ ਫੇਰ। ਸਾਧ ਸੰਗਤ ਇਹ ਦੇਖ ਲਓ, ਹੁਣ ਬਿਨਾਂ ਅਕਲ ਤੋਂ ਕਿਵੇਂ ਕੰਮ ਸਿੱਧ ਹੋ। ਅਕਲੀ ਸਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੂਝੀ, ਅਕਲੀ ਕੀਚੇ ਦਾਨ। ਸਾਡੀਆਂ ਮੰਗਾਂ ਵੀ ਇਹਨਾਂ ਪੁਰਖਾਂ ਵਰਗੀਆਂ, ਜਿਵੇਂ ਇਹਨਾਂ ਨੇ ਵਰ ਮੰਗੇ ਸੀ।
ਅਸੀਂ ਗੁਰੂ ਦੇ ਪਾਸੋਂ ਨਾਮ ਦੀ ਸਿੱਖੀ ਦਾਤ ਨਹੀਂ ਮੰਗਦੇ। ਪਰ ਧੰਨ ਹੈ ਉਹ ਗੰਗਾ ਰਾਮ ਬ੍ਰਾਹਮਣ ਜੋ ਗੁਰੂ ਦੇ ਚਰਨਾਂ ਵਿੱਚ 250 ਮਣ ਬਾਜਰਾ ਦੇ ਕੇ ਤੇ ਫਿਰ ਆਪਣੇ ਹੱਥ ਜੋੜ ਕੇ ਬੇਨਤੀ ਕਰਿਆ, ਕਿਰਪਾ ਕਰਕੇ ਮਹਾਰਾਜ ਜੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਮੈਨੂੰ ਨਾਮ ਦੀ ਤੇ ਸਿੱਖੀ ਦਾਤ ਬਖਸ਼ੋ। ਗੁਰੂ ਜੀ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ ਚੰਗਾ ਬ੍ਰਾਹਮਣ ਦੇਵਤਾ ਜੀ, ਤੁਹਾਡੇ ਪੂਰਬਲੇ ਭਾਗ ਜਾਗੇ ਤੁਹਾਨੂੰ ਸਿੱਖੀ ਦਾਤ ਪ੍ਰਾਪਤ ਹੋਈ। ਇਸੇ ਤਰ੍ਹਾਂ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਬ੍ਰਾਹਮਣ ਦੇਵਤਾ ਬਹੁਤ ਦਿਨ ਰਾਤ ਸੇਵਾ ਵਿੱਚ ਲੱਗਿਆ ਰਹਿੰਦਾ। ਇਹ ਤਾਂ ਹੁਣ ਧਨ ਕਰਕੇ ਸੇਵਾ ਹੋ ਗਈ ਸੀ, ਹੁਣ ਆਪਣੇ ਤਨ ਕਰਕੇ ਤੇ ਮਨ ਕਰਕੇ ਸੇਵਾ ਕਰਿਆ। ਮਨ ਦੇ ਨਾਲ ਸਿਮਰਨ, ਸਰੀਰ ਨਾਲ ਸੇਵਾ। ਮਨ ਇਤਨਾ ਸੁਧ ਹੋ ਗਿਆ ਸਾਧ ਸੰਗਤ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਦ ਕਬੀਰ ਕਬੀਰ। ਹੁਣ ਤਾਂ ਸਾਧ ਸੰਗਤ ਇਸ ਦੀ ਘਾਲ ਕਮਾਈ ਸੇਵਾ ਤੇ ਇਤਨੇ ਗੁਰੂ ਸਾਹਿਬ ਜੀ ਖੁਸ਼ ਹੋਏ, ਬੁਲਾ ਕੇ ਕਹਿਣ ਲੱਗੇ ਬ੍ਰਾਹਮਣ ਦੇਵਤਾ ਜੀ ਤੇਰੀ ਘਾਲ ਥਾਂ ਪੈ ਗਈ, ਹੁਣ ਤੈਨੂੰ ਸੇਵਾ ਕਰਨ ਦੀ ਲੋੜ ਨਹੀਂ, ਹੁਣ ਤੂੰ ਖੁਦ ਜਾ ਕੇ ਨਾਮ ਜਪਾ। ਸੇਵਾ ਕਰਵਾ ਤੈਨੂੰ ਅਧਿਕਾਰ ਦਿੱਤਾ। ਜਾ ਹੁਣ ਤੂੰ ਬਠਿੰਡੇ ਇਲਾਕੇ ਵਿੱਚ, ਬਠਿੰਡੇ ਆਪਣੇ ਸ਼ਹਿਰ ਵਿੱਚ ਲੈ ਜਾ। ਸਾਧ ਸੰਗਤ ਆ ਗਿਆ, ਬਠਿੰਡੇ ਤੋਂ ਬਾਹਰ ਵਾਰ ਬੈਠ ਗਿਆ। ਲੋਕਾਂ ਨੂੰ ਪਤਾ ਸੀ, ਸਾਰਾ ਸ਼ਹਿਰ ਆ ਕੇ ਇਹਦੀ ਪੂਜਾ ਲੱਗਾ ਕਰਨ ਲੱਗਾ। ਘਰ ਦੇ ਜਿਹੜੇ ਇਹਦੇ ਸਨ ਬਾਲ ਬੱਚਾ, ਉਹਨਾਂ ਨੂੰ ਵੀ ਸਾਰਾ ਪ੍ਰੋਧਪੁਣਾ ਛਡਾ ਕੇ ਗੁਰਸਿੱਖੀ ਦੇ ਵਿੱਚ ਲਿਆਂਦੇ। ਬੜੇ ਬੜੇ ਬਾਣੀਏ ਅਮੀਰ ਲੋਕ ਇਹਦੀ ਸੇਵਾ ਕਰਦੇ ਹਨ। ਇਹ ਹੈ ਸਾਧ ਸੰਗਤ ਸੇਵਾ ਦਾ ਫਲ। ਸੇਵਾ ਕਰਕੇ ਇਹ ਮਾਣ ਪ੍ਰਾਪਤ ਹੁੰਦਾ ਹੈ। ਇੱਥੇ ਦੇ ਦੋ ਬੜੇ ਭਾਰੀ ਸੇਠ ਸਨ, ਦੋਨੋਂ ਭਾਈ। ਇੱਕ ਦਾ ਨਾਮ ਵਿਧੀ ਚੰਦ, ਇੱਕ ਦਾ ਨਾਮ ਸੀ ਸਿਧੀ ਚੰਦ। ਸਿਧੀ ਚੰਦ ਦੇ ਔਲਾਦ ਨਹੀਂ ਸੀ ਔਰ ਬਹੁਤ ਵੱਡਾ ਵਪਾਰੀ ਧਨਾੜ ਸੀ। ਇਹ ਹੁਣ ਬੜੇ ਪ੍ਰੇਮ ਦੇ ਨਾਲ ਗੰਗਾ ਰਾਮ ਦੀ ਸੇਵਾ ਕਰਦਾ ਹੈ। ਪ੍ਰਸ਼ਾਦਾ ਘਰੋਂ ਤਿਆਰ ਕਰਕੇ ਦੋਨੋਂ ਟਾਈਮ ਆਪ ਛਕਾਉਂਦਾ ਹੱਥੀਂ, ਬਸਤਰ ਧੋਂਦਾ, ਹੋਰ ਸਾਰੀ ਸੇਵਾ ਗੰਗਾ ਰਾਮ ਦੀ ਕਰਦਾ। ਕੁਝ ਸਮਾਂ ਲੰਘਿਆ ਸੇਵਾ ਕਰਦੇ ਆ, ਗੰਗਾ ਰਾਮ ਜੀ ਬਹੁਤ ਖੁਸ਼ ਹੋ ਗਏ ਸੇਠ ਦੇ ਉੱਪਰ। ਕਹਿਣ ਲੱਗੇ ਵੀ ਪ੍ਰੇਮੀਆਂ ਭਗਤਾ, ਬੜੇ ਪ੍ਰੇਮ ਦੇ ਨਾਲ ਤੂੰ ਸੇਵਾ ਕਰਦਾ ਹੈ, ਤੇਰੇ ਮਨ ਦੇ ਵਿੱਚ ਕੀ ਇੱਛਾ ਹੈ, ਕੀ ਫੁਰਨਾ ਲੈ ਕੇ ਸੇਵਾ ਕਰਦਾ ਹੈ? ਉਹ ਸਿਧੀ ਚੰਦ ਕਹਿਣ ਲੱਗਾ ਮਹਾਰਾਜ ਜੀ ਮੇਰੇ ਹੋਰ ਤਾਂ ਕੋਈ ਮਨ ਦੇ ਵਿੱਚ ਇੱਛਾ ਨਹੀਂ, ਮੈਂ ਬੜਾ ਲੱਖਾਂ ਪਤੀ ਆਦਮੀ ਹਾਂ, ਪਰ ਮਹਾਰਾਜ ਉਸ ਦਾ ਜਾਇਦਾਦ ਨੂੰ ਮਾਇਆ ਨੂੰ ਸੰਭਾਲਣ ਵਾਲਾ ਅੱਗੇ ਘਰ ਵਿੱਚ ਕੋਈ ਨਹੀਂ, ਪਾ ਬੱਚਾ ਨਹੀਂ ਘਰ ਦੇ ਵਿੱਚ। ਜਿਸ ਦੁਆਰਾ ਦੁਨੀਆ ਦੇ ਵਿੱਚ ਗੰਢ ਪੈਂਦੀ, ਸਾਂਝ ਪੈਂਦੀ, ਮੇਰਾ ਦੁਨੀਆ ਦੇ ਵਿੱਚ ਸੀਰ ਨਹੀਂ ਹੈ। ਕਿਉਂਕਿ ਦੁਨੀਆ ਦੇ ਵਿੱਚ ਸੀਰ ਜਿਹੜਾ ਹੈ ਇਹ ਪੁੱਤਰਾਂ ਦੇ ਨਾਲ ਹੀ ਹੈ। ਗੁਰੂ ਸਾਹਿਬ ਜੀ ਕਥਨ ਕਰਦੇ ਹਨ, ਕਹਿਹਾਂ ਕੰਚਨ ਟੁੱਟੇ ਸਾਰ, ਅਵਨੀ ਗੰਢ ਪਾਏ ਲੋਹਾਰ, ਗੋਰੀ ਛੇਤੀ ਟੁੱਟੇ ਪਧਾਰ, ਪੁੱਤੀ ਗੰਢ ਪਵੇ ਸੰਸਾਰ। ਸੰਸਾਰ ਦੇ ਵਿੱਚ ਪੁੱਤਰਾਂ ਤੋਂ ਬਿਨਾਂ ਗੰਢ ਨਹੀਂ ਪੈਂਦੀ, ਸਾਗ ਸਕੀਰੀਆਂ ਨਹੀਂ ਪੈਂਦੀਆਂ। ਅਗਲਾ ਕਹਿੰਦਾ ਨਪੋਤੇ ਔਂਤਰੇ ਕਹਿ ਕੇ ਲੋਕੀ ਉਹਨਾਂ ਨੂੰ ਬੁਲਾਉਂਦੇ ਹਨ। ਦੁਨੀਆ ਵਿੱਚ ਸੀਰ ਨਾ ਪੁੱਤਰਾਂ ਤੋਂ ਬਾਜ ਪਿਆਰਿਓ, ਦੁਨੀਆ ਵਿੱਚ ਸੀਰ ਨਾ ਪੁੱਤਰਾਂ ਤੋਂ ਬਾਜ ਪਿਆਰੇ, ਦੁਨੀਆ ਵਿੱਚ ਸੀਰ ਨਾ ਪੁੱਤਰਾਂ ਤੋਂ ਬਾਜ ਪਿਆਰੇ, ਦੁਨੀਆ ਵਿੱਚ ਸੀਰ ਨਾ ਪੁੱਤਰਾਂ ਤੋਂ ਬਾਜ ਪਿਆਰੇ। ਦੁਨੀਆ ਵਿੱਚ ਸੀਰ ਨਾ ਪੁੱਤਰਾਂ ਤੋਂ
ਦੁਨੀਆ ਵਿੱਚ ਤੀਰ ਨਾ ਪੁੱਤਰਾ ਤੋਂ ਬਾਜ ਪਿਆਰੇ ਦੁਨੀਆ ਵਿੱਚ ਤੀਰ ਨਾ ਪੁੱਤਰਾ ਤੋਂ ਬਾਜ ਪਿਆਰੇ ਦੱਸਿਆ ਪੁੱਤਾਂ ਬਾਜ ਨਾ ਸੋਹਣ ਮਾਵਾਂ ਭਾਵੇਂ ਹੋਵਣ ਹੂਰਾਂ ਪਰੀਆਂ। ਪੁੱਤਰ ਤੋਂ ਬਿਨਾ ਮਾਂ ਸੋਭਾ ਨਹੀਂ ਪਾਉਂਦੀ, ਚਾਹੇ ਹੂਰਾਂ ਪਰੀਆਂ ਵਰਗਾ ਸੁੰਦਰ ਸਰੂਪ ਹੋਵੇ ਵਿਅਰਥ ਹੈ। ਘਰ ਸੁਣਨਾ ਹੈ ਮਹਾਰਾਜ, ਪੁੱਤਰ ਤੋਂ ਬਿਨਾ ਘਰ ਸੁਣਨਾ ਲੱਗ ਰਿਹਾ ਹੈ, ਡਰਾਉਣਾ ਲੱਗਦਾ ਹੈ। ਗੰਗਾ ਰਾਮ ਜੀ ਕਹਿਣ ਲਗੇ ਪ੍ਰੇਮੀਆਂ, ਇਹ ਤਾਂ ਮੂਲੀ ਗੱਲ ਹੈ। ਅਰਥ ਮੰਗੇ ਹਾਜ਼ਰ ਹੈ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਕੁਝ ਤੈਨੂੰ ਦਿੱਤਾ ਜਾਵੇਗਾ, ਹੋਰ ਵੀ ਕੁਝ ਮੰਗ। ਕਹਿਣ ਲੱਗਾ ਮਹਾਰਾਜ ਆਪਦੀ ਕਿਰਪਾ, ਪਰ ਇਹ ਤਾਂ ਕਿਰਪਾ ਕਰਨਾ ਜ਼ਰੂਰ। ਗੰਗਾ ਰਾਮ ਕਹਿਣ ਲੱਗਾ ਸਿੱਧੀ ਜਨ ਤੂੰ ਬਹੁਤ ਪ੍ਰੇਮ ਦੇ ਨਾਲ ਮੇਰੀ ਸੇਵਾ ਕੀਤੀ ਹੈ, ਮੇਰੀ ਸੇਵਾ ਦਾ ਇਹ ਤੈਨੂੰ ਫਲ ਹੋ, ਤੇਰੇ ਘਰ ਦੇ ਵਿੱਚ ਇਹੋ ਜਿਹਾ ਮਹਾਂਪੁਰਖ ਪੁੱਤਰ ਪੈਦਾ ਹੋਊਗਾ ਜਿਸ ਦੇ ਜੰਮ ਦੇ ਸਿਰ ਦੇ ਉੱਪਰ ਹੀ ਸਵਾ ਸਵਾ ਗਿੱਠ ਵਾਲ ਹੋਣਗੇ ਸਫੈਦ ਚਿੱਟੇ ਰੰਗ ਦੇ, ਔਰ ਜਨਮ ਸਾਰ ਦੁਨੀਆ ਉਹਦੀ ਪੂਜਾ ਕਰੂਗੀ। ਸਾਧ ਸੰਗਤ ਬਚਨ ਹੋ ਗਿਆ ਮਹਾਂਪੁਰਖ ਦਾ ਸੇਵਾ ਤੇ ਪ੍ਰਸੰਨ ਹੋ ਕੇ ਸਾਲ ਬਾਅਦ ਗੰਗਾ ਰਾਮ ਦੇ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਜੋ ਕੁਝ ਦੱਸਿਆ ਸੀ, ਬੱਚੇ ਦੇ ਜਨਮ ਲੈਣ ਸਾਰੀ ਸਵਾ ਸਵਾ ਗਿੱਠ ਉਹਦੇ ਸਿਰ ਤੇ ਵਾਲ ਸੀ, ਸਫੈਦ ਚਿੱਟੇ ਰੰਗ ਦੇ ਬਜ਼ੁਰਗ ਮਹਾਂਪੁਰਖ ਜਨਮ ਲੈ ਕੇ ਆਇਆ। ਸਾਰਾ ਇਲਾਕਾ ਸਾਧ ਸੰਗਤ ਉਸ ਬਾਲਕ ਦੇ ਜਨਮ ਦਰਸ਼ਨ ਕਰਨ ਵਾਸਤੇ ਉਲਟਿਆ, ਇਤਨੀ ਪੂਜਾ ਕੀਤੀ ਉਹਦੀ। ਉਹ ਸਾਧ ਸੰਗਤ ਉਹਦਾ ਨਾਮ ਮੂਲ ਚੰਦ ਰੱਖਿਆ ਗਿਆ। ਮੂਲ ਚੰਦ ਦੀ ਫਿਰ ਆ ਗਏ ਸਨਾਨ ਦੇ ਵਿੱਚ। ਸਨਾਨ ਦੇ ਵਿੱਚ ਹੁਣ ਇਹਨਾਂ ਦਾ ਡੇਰਾ ਹੈ ਸਾਧ ਸੰਗਤ, ਬੜਾ ਭਾਰੀ ਸਾਲ ਬਾਅਦ ਲੱਗਦਾ ਹੈ ਮੇਲਾ। ਔਰ ਇਲਾਕੇ ਦੇ ਵਿੱਚ ਸਨਾਨ ਦੇ ਵਿੱਚ ਇਤਨੇ ਇਹਦੀ ਪੂਜਾ ਸੀ ਜਿਵੇਂ ਆਪਾਂ ਸਹੁੰ ਗੁਰੂ ਨਾਨਕ ਦੇਵ ਜੀ ਲੋਕ ਖਾਂਦੇ ਹਨ। ਸਹੁੰ ਗੁਰੂ ਦੀ ਉਹ ਸਾਰੇ ਸ਼ਹਿਰ ਇਲਾਕੇ ਦੇ ਵਿੱਚ ਸਹੁੰ ਮੂਲ ਚੰਦ ਹੀ ਖਾਂਦੇ ਆ, ਤਾਂ ਇਤਨਾ ਉਹਦਾ ਪ੍ਰਤਾਪ ਹੋਇਆ। ਇਹ ਹੈ ਸੇਵਾ ਦਾ ਫਲ, ਸੁਖ ਸੇਵਾ ਅੰਦਰ ਰੱਖੇ ਉਹਨੂੰ। ਸੇਵਾ ਕਰਕੇ ਬੜੀਆਂ ਬੜੀਆਂ ਤਾਕਤਾਂ ਪ੍ਰਾਪਤ ਹੋਈਆਂ। ਬਾਬਾ ਆਦਮ ਨੇ ਕੀਤੀ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ। ਗੁਰੂ ਰਾਮਦਾਸ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਈ। ਪੁਰਖਾ ਵਰ ਮੰਗ ਕੀ ਮੰਗਦਾ, 70 ਸਾਲ ਦੀ ਉਮਰ ਹੈ, ਹੁਣ ਸੰਗ ਜਾਂਦਾ ਹੈ। ਘਰ ਵਾਲੀ ਮਾਈ ਨਾਲ ਗਈ, ਮਹਾਰਾਜ ਜੀ ਅਸੀਂ ਤਾਂ ਪੁੱਤਰ ਦੀ ਦਾਤ ਲੈਣ ਵਾਸਤੇ ਆਏ ਆਪਦੇ ਚਰਨਾਂ ਦੇ ਵਿੱਚ। ਇਸੇ ਭਾਵਨਾ ਲੈ ਕੇ ਸੇਵਾ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਨੇਤਰ ਬੰਦ ਕੀਤੇ, ਕਹਿਣ ਲੱਗੇ ਬਜ਼ੁਰਗੋ ਤੁਹਾਡੇ ਕਰਮਾਂ ਦੇ ਵਿੱਚ ਰੱਬ ਨੇ ਪੁੱਤਰ ਲਿਖਿਆ ਨਹੀਂ। ਉਦਾਸ ਹੋ ਗਿਆ, ਆਸਾਂ ਟੁੱਟ ਗਈਆਂ। ਮਾਈ ਜਿਹੜੀ ਸੀ ਉਸੇ ਸਮੇਂ ਮਾਨੋ ਹਿਰਦੇ ਵਿੱਚ ਹਿਰਦਾ ਵਿੰਨਿਆ, ਬਹੁਤ ਦੁਖੀ ਹੋਈ। ਮਹਾਰਾਜ ਦੇਖ ਕਰਕੇ ਹਾਲਤ ਇਹਨਾਂ ਦੀ, ਮਹਾਰਾਜ ਦਾ ਵੀ ਹਿਰਦਾ ਭਰਿਆ ਕਿ ਬਜ਼ੁਰਗ ਹਨ, ਪੁੱਤਰ ਦੀ ਇੱਛਾ ਲੈ ਕੇ ਕਿਵੇਂ ਦਿਨ ਰਾਤ ਸੇਵਾ ਕਰਦੇ ਹਨ। ਸਾਧ ਸੰਗਤ ਫਿਰ ਗੁਰੂ ਦੇ ਘਰ ਦੇ ਵਿੱਚ ਤਾਂ ਘਾਟਾ ਕੋਈ ਨਹੀਂ, ਉਸੇ ਸਮੇਂ ਸੇਵਾ ਤੇ ਰੀਝੇ ਟਲੇ ਖੁਸ਼ ਹੋਏ। ਮਾਤਾ ਉਦਾਸ ਨਾ ਹੋ, ਜੋ ਗੁਰੂ ਨਾਨਕ ਦੇ ਦਰ ਤੇ ਆਇਆ ਕੋਈ ਨਿਰਾਸ਼ ਨਹੀਂ ਗਿਆ। ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਨਹੀਂ, ਸਾਡੇ ਘਰ ਦੇ 4 ਸਾਹਿਬਜ਼ਾਦੇ ਹੋਣੇ, ਅਸੀਂ ਆਪਣਾ ਸਾਹਿਬਜ਼ਾਦਾ ਤੁਹਾਨੂੰ ਦੇ ਦਿੰਦੇ ਹਾਂ। ਗੁਰੂ ਰਾਮਦਾਸ ਮਹਾਰਾਜ ਦੇ 3 ਸਾਹਿਬਜ਼ਾਦੇ ਸਨ। ਚੌਥੇ ਸਾਹਿਬਜ਼ਾਦੇ ਜਿਸ ਨੇ ਜਨਮ ਲੈਣਾ ਸੀ ਉਹ ਭਾਈ ਆਦਮ ਦਿੱਤਾ। ਬਚਨ ਕੀਤਾ ਬਾਬਾ ਆਦਮ ਜੋ ਬੱਚਾ ਜਨਮ ਲਵੇਗਾ ਉਹਦਾ ਨਾਮ ਭਗਤੂ ਰੱਖਣਾ, ਭਗਤੀ ਦਾ ਅਵਤਾਰ ਹੋਊਗਾ। ਸਾਧ ਸੰਗਤ ਭਾਈ ਭਗਤੂ ਜਨਮ ਤੋਂ ਹੀ ਸ਼ਕਤੀਆਂ ਵਾਲਾ ਸੀ, ਜਨਮ ਤੋਂ ਹੀ ਬਹੁਤ ਦੁਨੀਆ ਆਈ ਸੰਗਤ ਉਸੇ ਤਰ੍ਹਾਂ ਦਰਸ਼ਨ ਕਰਨ ਵਾਸਤੇ। ਮਾਤਾ ਦੇ ਨਾਲ ਗਿਆ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬਾਂ ਦੇ। ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮਾਤਾ ਨੂੰ ਪਿਆਸ ਲੱਗੀ। ਇਲਾਕਾ ਜੰਗਲ ਦਾ ਸੀ, ਕਿਤੇ ਪਾਣੀ ਨਹੀਂ ਸੀ ਮਿਲਦਾ। ਇੱਕ ਸੁੱਕੇ ਹੋਏ ਟੋਭੇ ਤੇ ਮਾਤਾ ਨੂੰ ਕਹਿਣ ਲੱਗਾ ਲੈ ਮਾਤਾ ਮੈਂ ਤੇਰੇ ਵਾਸਤੇ ਪਾਣੀ ਲਿਆਉਂਦਾ, ਜੇ ਤੂੰ ਬਹੁਤੀ ਹੀ ਪਿਆਸ ਕਰਕੇ ਦੁਖੀ ਹੋਵੇਂਗੀ ਤੇ ਇਸ ਟੋਭੇ ਤੋਂ ਇੱਕ ਆਪਣਾ ਡਲਾ ਚੱਕ ਲਈ, ਪਾਣੀ ਨਿਕਲਿਆ ਪੀ ਕੇ ਫਿਰ ਢੱਕ ਦਵੀਂ। ਜੇ ਮੈਂ ਆ ਗਿਆ ਛਿੱਤਾ ਫੇਰ ਨਾ ਇਹ ਕੰਮ ਕਰੀ। ਆਪ ਜੀ ਪਿੰਡ ਦੂਰ ਸਨ, ਪਾਣੀ ਲੈਣ ਵਾਸਤੇ ਚਲੇ ਗਏ। ਮਾਤਾ ਨੂੰ ਉਸ ਸੁੱਕੇ ਹੋਏ ਟੋਭੇ ਦੇ ਕਿਨਾਰੇ ਇੱਕ ਬਰੋਟਾ ਸੀ, ਉਹਦੇ ਛਾਵੇਂ ਬਿਠਾ ਕੇ। ਹੁਣ ਮਾਂ ਨੂੰ ਲੱਗੀ ਸੀ ਅੱਜ ਵੀ ਬੜੀ ਤਿਹਾਈ ਸੀ, ਪਤਾ ਸੀ ਵੀ ਬਚਨ ਸੱਚਾ ਹੁੰਦਾ ਮੇਰੇ ਪੁੱਤਰ ਦਾ।
ਭਾਈ ਭਗਤ ਜੀ ਤਾਂ ਜੇ ਆਏ ਨਹੀਂ, ਮਾਂ ਨੇ ਤਾਂ ਕਾਹਲੀ ਕੀਤੀ, ਛੇਤੀ ਨਾਲ ਇੱਕ ਡਲਾ ਪੱਟਿਆ। ਜਦ ਡਲਾ ਪੱਟਿਆ ਇਹੋ ਜਿਹਾ ਪਾਣੀ ਦੀ ਧਾਰ ਨਿਕਲੀ ਸੁੱਕੇ ਹੋਏ ਟੋਭੇ ਵਿੱਚੋਂ। ਮਾਈ ਨੇ ਤਾਂ ਪਾਣੀ ਪੀਤਾ, ਹੌਲੀ ਇਸ਼ਨਾਨ ਕੀਤਾ, ਕੱਪੜੇ ਧੋਣ ਲੱਗ ਪਈ। ਭੁੱਲ ਗਈ ਉਹ ਡਾਲਾ ਬੰਦ ਕਰਨਾ। ਇੰਨੇ ਚਿਰ ਨੂੰ ਬੱਕਰੀਆਂ ਜਦ ਦੇਖਿਆ, ਬੱਕਰੀਆਂ ਨੇ ਪਾਣੀ ਭੇਡਾਂ ਵਾਲਿਆਂ ਨੇ ਆ ਚੰਬੜੀਆਂ ਭੱਜ ਕੇ ਪੀਣ ਵਾਸਤੇ ਪਿਆਸ ਦੀਆਂ ਮਾਰੀਆਂ। ਇਤਨਾ ਪਾਣੀ ਨਿਕਲ ਗਿਆ, ਪਾਣੀ ਪਾਣੀ ਫਿਰਨ ਲੱਗ ਪਿਆ। ਭਰੇ ਬੈਠੀ ਮੌਜ ਨਾਲ। ਮਾਂ ਆ ਕੀ ਕੀਤਾ? ਪੁੱਤ ਮੈਂ ਤਾਂ ਭੁੱਲ ਗਈ। ਸਾਧ ਸੰਗਤ ਇਹੋ ਜਿਹੇ ਸ਼ਕਤੀਆਂ ਵਾਲੇ ਗੁਰੂ ਦੀ ਸੇਵਾ ਕਰਕੇ ਉਹ ਮਹਾਂਪੁਰਖ ਪੈਦਾ ਹੋਏ। ਆਓ ਹੁਣ ਸਾਧ ਸੰਗਤ ਭਾਈ ਭਗਤੂ, ਇਹਨਾਂ ਦੇ ਦੋ ਸਾਹਿਬਜ਼ਾਦੇ ਸਨ। ਇੱਕ ਦਾ ਨਾਮ ਸੀ ਭਾਈ ਗੌਰਾ, ਦੂਸਰੇ ਦਾ ਨਾਮ ਸੀ ਜੀਵਨ। ਭਾਈ ਭਗਤੂ ਜਨਮ ਨਹੀਂ ਲੈਂਦਾ, ਮਹਾਰਾਜ ਬੱਚੇ ਦਾ ਜਨਮ ਨਹੀਂ ਹੋ ਰਿਹਾ। ਭਾਈ ਭਗਤੂ ਜੀ ਕਹਿਣ ਲੱਗੇ ਵੀ ਅੜਿਆ ਹੋਇਆ। ਉਹ ਕਹਿੰਦਾ ਮੈਂ ਤਾਂ ਜਨਮ ਲੈਣਾ, ਨਾਲੇ ਤਾਂ ਇਸ ਲੋਕ ਦਾ ਸੁੱਖ, ਨਾਲੇ ਅਗਲਾ ਰਾਜ ਮੰਗਦਾ ਇਸ ਧਰਤੀ ਦਾ ਵੀ। ਜਾਓ ਕਹਿਣ ਲੱਗੇ ਉਸਦੇ ਮਾਂ ਦੇ ਕੰਨਾਂ ਦੇ ਵਿੱਚ ਉਸ ਨੂੰ ਸੁਣਾ ਦਿਓ ਕਿ ਤੂੰ ਜਨਮ ਲੈ ਲਾ, ਤੈਨੂੰ ਧਰਤੀ ਦਾ ਰਾਜ ਵੀ ਮਿਲੂਗਾ, ਪਰ ਲੋਕ ਦਾ ਤੈਨੂੰ ਸੁੱਖ ਮਿਲਣਾ ਹੀ ਆ। ਸਾਧ ਸੰਗਤ ਜਦ ਉਹ ਕੰਨਾਂ ਦੇ ਵਿੱਚ ਮਾਂ ਦੇ ਗੱਲ ਕਹੀ, ਉਸੇ ਸਮੇਂ ਬੱਚੇ ਨੇ ਜਨਮ ਲੈ ਲਿਆ। ਫਿਰ ਭਾਈ ਭਗਤੂ ਬਠਿੰਡੇ ਦੇ ਇਲਾਕੇ ਦਾ ਰਾਜਾ ਹੋਇਆ, ਆਪਣੇ ਭਾਈ ਗੌਰਾ। ਛੋਟਾ ਭਾਈ ਇਹਦਾ ਜੀਵਨ ਸੀ। ਇੱਕ ਪ੍ਰੇਮੀ ਭਾਈ ਰੂਪੇ ਦੀ ਬੰਸ ਦੇ ਵਿੱਚੋਂ ਭਾਈ ਰੂਪਚੰਦ ਤੇ ਭਾਈ ਸਾਧੂ ਹੋਏ। ਛੇਵੇਂ ਪਾਤਸ਼ਾਹ ਦੇ ਸਮੇਂ ਪਾਣੀ ਰੱਖਿਆ ਕੂਨੇ ਨਾਲ ਟੰਗਿਆ ਬਾਹਰ। ਗਰਮੀ ਦੀ ਮੌਸਮ ਦੇ ਵਿੱਚ ਠੰਡਾ ਪਾਣੀ ਵੀ ਗੁਰੂ ਸਾਹਿਬਾਂ ਦੇ ਪੀਣ ਵਾਲਾ ਹੈ। ਪਾਣੀ ਨਹੀਂ ਪੀਤਾ, ਪਿਆਸੇ ਬਹੁਤ ਦੁਖੀ ਹੋਏ, ਤੜਫ ਰਹੇ ਹਨ, ਗੁਰੂ ਨੂੰ ਯਾਦ ਕਰਦੇ ਹਨ। ਮਹਾਰਾਜ 30 ਮੀਲ ਦੂਰ ਡਰੌਲੀ ਦੇ ਵਿੱਚ ਵਾਦੇ ਦੁਪਹਿਰੇ ਸਿਖਰ ਘੋੜੇ ਚੜੇ ਭੱਜੇ, ਉੱਥੇ ਆਏ, ਉਹਨਾਂ ਦੇ ਪਾਸ ਪਾਣੀ ਪੀਤਾ ਤਾਂ ਉਹਨਾਂ ਨੂੰ ਪਿਆਇਆ। ਵਰ ਦਿੱਤਾ ਪ੍ਰੇਮੀਓ ਹੁਣ ਤੋਂ ਲੱਕੜਾਂ ਨਾ ਕੱਟਿਓ, ਤੁਹਾਡੀ ਤਲਵਾਰ ਜ਼ਬਾਨ ਬਣ ਗਈ। ਜੋ ਬਚਨ ਕਰੋਗੇ ਵਰ ਸ਼ਰਾਬ ਦਾ ਤਾਂ ਧਾਰੇ ਖੰਡੇ ਵਾਂਗ ਦੋਨੇ ਪਾਸੇ ਮਾਰ ਕਰੋ। ਉਹਨਾਂ ਦੀ ਬੰਸ ਦੇ ਵਿੱਚੋਂ ਇੱਕ ਭਾਈ ਗੋਲੜੀਆ ਹੋਇਆ, ਸ਼ਾਦੀ ਹੋ ਗਈ, 3 ਬੱਚੇ ਹੋ ਗਏ। ਮਨ ਵਿੱਚ ਵੈਰਾਗ ਪੈਦਾ ਹੋਇਆ। ਭਾਈ ਭਗਤੂ ਦੇ ਜੋ ਬੱਚੇ ਸੀ ਭਾਈ ਗੌਰਾ ਤੇ ਜੀਵਨ, ਇਹਨਾਂ ਦੇ ਪਾਸ ਆ ਕੇ ਸੇਵਾ ਕਰਨ ਲੱਗੇ, ਕਿਉਂਕਿ ਲੰਗਰ ਚੱਲਦਾ ਸੀ। ਭਾਈ ਕੇ ਸਨ, ਵਰਸੀ ਇਹਨਾਂ ਨੂੰ ਸੰਗਤਾਂ ਆਉਂਦੀਆਂ, ਭਜਨ ਪਾਠ ਵੀ ਲੈਂਦੀਆਂ ਇਹਨਾਂ ਤੋਂ। ਉਹ ਭਾਈ ਗੋਲੜੀਆ ਹੁਣ ਇੱਥੇ ਦਿਨ ਰਾਤ ਸੇਵਾ ਕਰਦਾ ਇਹਨਾਂ ਦੇ ਘਰ ਦੇ ਵਿੱਚ, ਨਿਸ਼ਕਾਮ ਤੇ ਮਸਤੀ ਦੇ ਵਿੱਚ ਰਹਿੰਦਾ ਹੈ। ਕੋਈ ਮਨ ਵਿੱਚ ਚਤਰਾਈ ਨਹੀਂ, ਛਲ ਨਹੀਂ, ਠੱਗੀ, ਦਿਨ ਰਾਤ ਸੇਵਾ ਵਿੱਚ ਲੱਗਿਆ ਰਹਿੰਦਾ। ਇੱਕ ਦਿਨ ਭਾਈ ਗੌਰਾ ਕਹਿਣ ਲੱਗਾ, ਗੋਲੜੀਆ ਬਾਹਰ ਜਾ ਕੇ ਖੇਤਾਂ ਵਿੱਚ ਪਸ਼ੂਆਂ ਵਾਸਤੇ ਘਾਹ ਵੱਢ। ਚਲੇ ਗਏ ਸਾਧ ਸੰਗਤ ਬਾਹਰ। 10 ਦਿਨ ਤੱਕ ਘਾਹ ਵੱਢੀ ਗਏ, ਬਾਹਰੋਂ ਬਾਜਰਾ ਭੋਰ ਕੇ ਖਾ ਲੈਂਦੇ ਹਨ। ਨਾ ਕੋਈ ਪੁੱਛਿਆ ਕਿਸ ਨੇ, ਨਾ ਉਸ ਨੂੰ ਕੋਈ ਰੋਟੀ ਲੈ ਗਿਆ। 10 ਦਿਨ ਘਾਹ ਹੀ ਵੱਢੀ ਗਏ, ਢੇਰਾਂ ਦੇ ਢੇਰ ਲਾਤੇ। ਖਿਆਲ ਆਇਆ ਵੀ ਗੋਲੜੀਆ ਨੂੰ ਹੁਕਮ ਕੀਤਾ ਸੀ, ਮੁੜ ਕੇ ਆਏ, ਜਦ ਦੇਖਿਆ 10 ਦਿਨ ਘਾਹ ਵੱਢਿਆ, ਢੇਰ ਲੱਗੇ ਪਏ। ਭਾਈ ਗੌਰਾ ਬੜਾ ਖੁਸ਼ ਹੋਇਆ, ਕਹਿਣ ਲੱਗੇ ਬਸ ਕਰ, ਆ ਜਾ ਹੁਣ ਘਰ ਦੇ ਵਿੱਚ। ਘਰ ਦੇ ਵਿੱਚ ਆ ਗਿਆ, ਚੱਕੀ ਪੀਣ ਲਾਤਾ ਉਸਨੂੰ। ਕਹਿਣ ਲੱਗੇ ਚੱਕੀ ਵੀ ਮਸਤ, ਕਿਉਂਕਿ ਬਹੁਤ ਸਾਰੀ ਦੁਨੀਆ ਮਸਤਾਂ ਤੋਂ ਫਾਇਦਾ ਉਠਾਉਂਦੀ, ਪਰ ਮਸਤ ਨਹੀਂ ਹੁੰਦੇ। ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ। ਉਹ ਤਾਂ ਮਸਤ ਬਣਿਆ ਹੋਇਆ ਸੀ, ਚੱਕੀ ਪੀ ਜਾਂਦਾ, ਹੋਰ ਸੇਵਾਦਾਰ ਨਾਲ ਲਾਉਣ। ਕਹਿਣ ਲੱਗਾ ਨਹੀਂ ਮੈਂ ਇਕੱਲੇ ਨੇ ਪੀਣੀ ਆ। ਪੀ ਹੀ ਜਾਂਦਾ, ਜੇ ਕੋਈ ਦੇਣ ਦੇ ਖਾਣ ਨੂੰ ਖਾ ਲੈਂਦਾ, ਇਹਦਾ ਖਿਆਲ ਹੀ ਕੋਈ ਨਹੀਂ। ਹੁਣ ਜੋ ਛੋਟਾ ਭਾਈ ਸੀ ਗੌਰੇ ਦਾ ਜੀਵਨ ਕਿਸੇ ਰਾਹਕ ਜ਼ਿਮੀਂਦਾਰ, ਕਿਉਂਕਿ ਸਰਦਾਰ ਸਨ ਇਲਾਕੇ ਦੇ, ਰਾਜੇ ਸਨ, ਛੋਟਾ ਜਿਹਾ ਰਾਜ ਸੀ ਇਹਨਾਂ ਦਾ, ਘੂਰ ਰਿਹਾ ਹੈ। ਭਾਈ ਗੋਲੜੀਆ ਕਹਿਣ ਲੱਗਾ ਜੀ ਤੁਸੀਂ ਇਸ ਨੂੰ ਘੂਰੋ ਨਾ ਗਰੀਬੋ। ਜੀਵਨ ਗੁੱਸੇ ਦੇ ਵਿੱਚ ਆਇਆ, ਕਹਿਣ ਲੱਗਾ ਓਏ ਤੂੰ ਇੱਕ ਸਾਡੇ ਘਰ ਦਾ ਟਹਿਲੂਆ ਸੇਵਾਦਾਰ, ਤੇਰਾ ਕੀ ਫਰਜ਼ ਮਤਲਬ ਬਣਦਾ ਹੈ? ਸਾਡਾ ਬਾਹਰ ਰਾਜ ਵਿਹਾਰ ਕੰਮ ਕਾਰ, ਕਿਸੇ ਨੂੰ ਘੂਰਨਾ, ਕਿਸੇ ਨੂੰ ਦੇਣਾ ਲੈਣਾ, ਤੂੰ ਆਪਣੇ ਚੁੱਪ ਕਰਕੇ ਆਪਣੀ ਸੇਵਾ ਕਰ। ਨਹੀਂ ਬਾਬਾ ਜੀ ਘੂਰੋ ਨਾ, ਇਸ ਨੂੰ ਘੂਰੋ ਨਾ। ਜੀਵਨ ਨੇ ਗੁੱਸੇ ਵਿੱਚ ਆ ਕੇ ਸਾਧ ਸੰਗਤ, ਕੁਦਰਤੀ ਮਾਇਆ ਦਾ ਇਹੋ ਜਿਹਾ ਗੱਲ ਹੈ, ਇਹ ਮਾਣ ਜ਼ਰੂਰ ਲਿਆਉਂਦੀ ਆ। ਮਾਣ ਵਡਿਆਈ ਸੀ, ਜੀਵਨ ਨੇ ਕੱਸ ਕੇ ਦੀ ਵੱਖੀ ਦੇ ਵਿੱਚ ਲੱਤ ਮਾਰੀ। ਗੋਲੜੀਆ ਕਹਿਣ ਲੱਗਾ ਬਾਬਿਓ ਭਾਈ ਕਿਉਂ ਤੁਹਾਨੂੰ ਰਾਜ ਦਾ ਹੰਕਾਰ ਹੋ ਗਿਆ, ਤੁਸੀਂ ਤਾਂ ਆਫਰ ਗਏ ਹੋ। ਬਚਨ ਕਹਿਣ ਦੀ ਢੇਰ ਸੀ ਸਾਧ ਸੰਗਤ। ਭਾਈ ਜੀਵਨ ਦਾ ਤਾਂ ਢਿੱਡ ਇਹੋ ਜਿਹਾ ਆਫਰ ਗਿਆ, ਮਰਨ ਤੇ ਆ ਗਿਆ। ਲਿੜਦਾ ਹੁਣ ਪਿਆ, ਬਹੁਤ ਦੁਖੀਆ, ਦਵਾਈਆਂ ਪਾਉਂਦਾ। ਲੱਗੇ ਵੈਦ ਹਕੀਮ ਦਵਾਈਆਂ ਦੇਣ। ਉਹ ਕਹਿਣ ਲੱਗਾ ਇੱਥੇ ਵੈਦ ਹਕੀਮਾਂ ਦੀ ਬਿਮਾਰੀ ਨਹੀਂ,
ਮੈਨੂੰ ਤਾਂ ਆ ਸਾਡੇ ਘਰ ਦੇ ਸੇਵਾਦਾਰ ਨੇ ਮਾਰਿਆ, ਇਹਦੀ ਚਰਨੀ ਪਾਉ ਲਿਆਓ, ਇਸ ਨੂੰ ਕਿਰਪਾ ਕਰੇ। ਸਾਧ ਸੰਗਤ ਉਸ ਭਾਈ ਗੋਲਡੀ ਦੇ ਚਰਨੀ ਪਏ, ਬੇਨਤੀ ਕੀਤੀ, ਕਹਿਣ ਲੱਗੇ ਜੀ ਤੁਸੀਂ ਰਾਜੀ ਕਰੋ ਨੇ ਇਸ ਨੂੰ। ਕਹਿਣ ਲੱਗੇ ਮੈਂ ਕੀ ਗਰੀਬ ਕਰ ਸਕਦਾ ਰਾਜੀ, ਇਹ ਤਾਂ ਖੁਦ ਗੁਰੂ ਕੀ ਬੰਸ ਹੈ, ਗੁਰੂ ਕੀਆਂ ਦੀਆਂ ਵਡਿਆਈਆਂ ਦਿੱਤੀਆਂ ਹੋਈਆਂ ਇਹਨਾਂ ਨੂੰ। ਨਹੀਂ, ਕਹਿਣ ਲੱਗੇ ਜ਼ਰੂਰ ਕਿਰਪਾ ਕਰੋ। ਜਦ ਭਾਈ ਗੋਲਡੀ ਨੇ ਜਾ ਕੇ ਪੇੜ ਤੇ ਹੱਥ ਫੇਰਿਆ, ਕਿਧਰੇ ਉਹ ਫਰੇਮਾ ਜਿਹੋ ਜਿਹਾ ਸੀ ਸ਼ਾਂਤ ਹੋ ਗਿਆ। ਹੱਥ ਜੋੜ ਕੇ ਕਹਿਣ ਲੱਗੇ ਵੀ ਗੋਲੜੀਆ ਹੁਣ ਜਿੱਥੇ ਚਿੱਤ ਕਰਦਾ ਜਾ, ਤੂੰ ਤਾਂ ਸਾਡਾ ਘਰ ਦਾ ਹੀ ਬੇੜਾ ਲੱਗਾ ਡੋਬਣ, ਜਿੱਥੇ ਸੇਵਾ ਲੱਗਾ ਸੀ ਕਰਨ। ਜਾ ਤੁਰ ਜਾ ਜਿੱਧਰ ਜਾਣਾ, ਹੁਣ ਆਪਣੀ ਮੌਜ ਦੇ ਵਿੱਚ ਫਿਰ ਹੋਣਾ ਸੀ, ਤੇਥੋਂ ਸੇਵਾ ਨਹੀਂ ਕਰਾਉਣੀ, ਕੱਲ ਨੂੰ ਕੋਈ ਹੋਰ ਚੰਦ ਚਾੜੇਗਾ। ਹੁਣ ਆਪਣੀ ਮਸਤੀ ਦੇ ਵਿੱਚ ਫਿਰ ਰਹੇ ਹਨ। ਸਾਧ ਸੰਗਤ ਬਹੁਤ ਸਾਰੀ ਮਸਤਾਨਿਆਂ ਤੋਂ ਲੋਕ ਸਮਝ ਲੈਂਦੇ ਵੀ ਇਹ ਤਾਂ ਉਹੀ ਹੈ। ਇੱਕ ਜ਼ਿਮੀਂਦਾਰ ਕਹਿਣ ਲੱਗਾ, ਓਏ ਗੋਲੜੀਆ ਕਹਿਣ ਲੱਗਾ ਮੇਰੀ ਕਣਕ ਖੜੀ ਆ, ਇਹਨੂੰ ਵੱਢ ਦੇ। ਕਹਿਣ ਲੱਗਾ ਲਿਆ ਵੱਢ ਦਿੰਦੇ ਆ। ਕਣਕ ਵੱਢਣ ਲਾ ਕੇ ਸਾਧ ਸੰਗਤ ਮੁੜ ਕੇ ਨਾ ਪਾਣੀ, ਨਾ ਕੋਈ ਹੋਰ ਪ੍ਰਸ਼ਾਦਾ ਪਾਣੀ, ਕੋਈ ਖਬਰ ਨਹੀਂ ਲਈ। ਸਾਰਾ ਦਿਨ ਕਣਕ ਵੱਢੀ ਗਿਆ ਗੋਲੜੀਆ। ਸ਼ਾਮ ਜਦ ਪਈ ਉਹਨੂੰ ਯਾਦ ਆ ਗਿਆ, ਕਹਿਣ ਲੱਗਾ ਓਏ ਕਮਰੇ ਨੂੰ ਲਾ ਕੇ ਆਇਆ ਸੀ ਕਣਕ ਵੱਢਣ, ਮੁੜ ਕੇ ਪਤਾ ਹੀ ਨਹੀਂ ਕੀਤਾ, ਗਰਮੀ ਦੀ ਮੌਸਮ, ਨਾ ਪਾਣੀ ਨਾ ਰੋਟੀ, ਖਿਚੜੀ ਬਣਾ ਕੇ ਲੈ ਗਿਆ। ਕਹਿਣ ਲੱਗਾ ਆਪਣੇ ਮਸਤਾਨੇ ਆ ਜਾ ਖਿਚੜੀ ਖਾ ਲਾ। ਕਹਿਣ ਲੱਗਾ ਹੁਣ ਮੈਨੂੰ ਵਾਢੀ ਲੈਣ ਦੇ ਕਣਕ, ਹੁਣ ਨਹੀਂ ਮੈਂ ਖਿਚੜੀ ਖਾਣੀ। ਸਾਧ ਸੰਗਤ ਬਥੇਰਾ ਰੋਕਦਾ, ਪਤਾ ਤਾਂ ਸੀ ਉਹਨੂੰ ਵੀ ਥੋੜਾ ਜਿਹਾ ਵੀ ਇਸ ਤਰ੍ਹਾਂ ਅੱਗੇ ਭਾਈਕਿਆਂ ਨੇ ਕੱਢਿਆ ਬੇਨਤੀ ਕਰਕੇ, ਬਥੇਰਾ ਮਿੰਨਤਾਂ ਕਰਦਾ ਜ਼ਿਮੀਂਦਾਰ। ਕਹਿਣ ਲੱਗਾ ਨਹੀਂ ਵੀ ਮੈਨੂੰ ਵਾਢੀ ਲੈਣ ਦੇ ਹੁਣ ਕਣਕ ਸਾਰੀ ਤੇਰੀ। ਗੁੱਸੇ ਦੇ ਵਿੱਚ ਆਇਆ ਹੋਇਆ ਸੀ, ਇਤਨੇ ਚਿਰ ਨੂੰ ਜ਼ਿਮੀਂਦਾਰ ਦੇ ਸਾਧ ਸੰਗਤ ਪੇਟ ਦੇ ਵਿੱਚ ਸੋਲ ਉੱਠਿਆ, ਤੜਫਣ ਲੱਗ ਪਿਆ, ਲਿਟਣ ਲੱਗ ਪਿਆ। ਜਿਹੜੇ ਨਾਲ ਦੇ ਜ਼ਿਮੀਂਦਾਰ ਕਣਕ ਖੇਤੀ ਵੜਦੇ ਸੀ ਕਣਕ, ਉਹ ਸਮੇਂ ਉਹ ਵੀ ਇਕੱਠੇ ਹੋ ਗਏ। ਕਹਿਣ ਲੱਗੇ ਵੀ ਇਹ ਤਾਂ ਕੰਮ ਖਰਾਬ ਹੋਇਆ। ਇਸ ਨੂੰ ਤਾਂ ਭਾਈਕਿਆਂ ਨੇ ਹੱਥ ਜੋੜ ਕੇ ਬੇਨਤੀ ਕਰਕੇ ਕੱਢਿਆ ਸੀ, ਤੂੰ ਇਹਨੂੰ ਲਾਤਾ ਮਸਤਾਨੇ ਨੂੰ ਕਣਕ ਵੱਢਣ। ਹੁਣ ਤੂੰ ਇਹ ਕਰ, ਜੇ ਤੂੰ ਆਪਣਾ ਭਲਾ ਚਾਹੁੰਦਾ ਇਹਨੂੰ ਘਰ ਦੇ ਵਿੱਚ ਲਿਜਾ ਕੇ ਦਹੀਂ ਖਵਾਓ, ਠੰਡਾ ਕਰੋ। ਘਰ ਦੇ ਵਿੱਚ ਲੈ ਗਿਆ ਬੇਨਤੀ ਕਰਕੇ, ਦਰਦ ਉਸੇ ਤਰ੍ਹਾਂ ਹੀ ਹੋ ਰਹੀ ਆ। ਮਾਂ ਨੂੰ ਕਹਿਣ ਲੱਗਾ ਮਾਂ ਛੇਤੀ ਕਰ, ਇਸ ਨੂੰ ਮਸਤਾਨੇ ਨੂੰ ਦਹੀਂ ਖਵਾ, ਮੈਂ ਤਾਂ ਮਰਨ ਤੇ ਆਇਆ ਹੋਇਆ। ਉਦੋਂ ਮਾਂ ਕਿਹੜਾ ਘੱਟ ਸੀ, ਮਾਂ ਨੇ ਦਹੀਂ ਦਾ ਛੰਨਾ ਭਰਿਆ, ਵਿੱਚ ਲਾਲ ਮਿਰਚਾਂ ਦੀ ਮੁੱਠੀ ਪਾਤੀ। ਹੁਣ ਖਾ ਤਾਂ ਗਿਆ, ਕਹਿਣ ਲੱਗਾ ਖਾ ਕੇ ਮਾਈ ਤੈਨੂੰ ਲੜ ਜੇ ਸੱਪ। ਅਜੇ ਸ਼ਾਮ ਦਾ ਸਮਾਂ ਸੀ, ਮਾਈ ਨੂੰ ਤਾਂ ਕਾਲਾ ਨਾਗ ਲੜ ਗਿਆ। ਉਹ ਜ਼ਿਮੀਂਦਾਰ ਢਿੱਡ ਦੇ ਦੁੱਖ ਨਾਲ ਦੋਨਾਂ ਦਾ ਭੋਗ ਪੈ ਗਿਆ। ਫਿਰਦਾ ਫਿਰਦਾ ਹੁਣ ਘਰ ਦੇ ਵਿੱਚ ਆ ਗਿਆ, ਤਿੰਨ ਲੜਕੇ ਸਨ। ਇਹਦੇ ਘਰ ਵਾਲੀ ਕਹਿਣ ਲੱਗੀ ਵਿਹਲਾ ਫਿਰੀ ਜਾਂਦਾ, ਕਮਲਾ ਬਣਿਆ ਹੋਇਆ, ਜਾ ਕੇ ਆਪਣੇ ਸਰੋਂ ਪੱਟ। ਕਹਿਣ ਲੱਗਾ ਸਰੋਂ ਪੱਟ ਦੇਣਾ ਤੁਹਾਡੀ ਜੇ ਤੁਸੀਂ ਔਖੇ ਹੀ। ਚਲੇ ਗਿਆ ਸਾਧ ਸੰਗਤ, ਹੁਣ ਸਰੋਂ ਪੱਟਣ ਲੱਗ ਪਿਆ। ਇੱਕ ਹੋਰ ਫਕੀਰ ਜਾਂਦਾ ਹੈ, ਸਾਧੂ ਕਹਿਣ ਲੱਗਾ ਓਏ ਕੀ ਕਰਦਾ ਗੋਲੜੀਆ? ਕਹਿਣ ਲੱਗਾ ਕਰਨਾ ਕੀ ਆ, ਘਰਦਿਆਂ ਦੀ ਜੜਾ ਪੱਟ ਰਿਹਾ। ਸਾਧ ਸੰਗਤ ਇਹੋ ਜਿਹੀ ਜੜਾ ਪੱਟੀਆਂ, ਤਿੰਨੇ ਹੀ ਮੁੰਡੇ ਮਰ ਗਏ, ਘਰ ਵਾਲੇ ਮਰ ਗਏ। ਬਹੁਤ ਸੁਰਖਰੂ ਹੋ ਗਿਆ, ਜੰਕਾਰੇ ਛੱਡਤੇ। ਬਿਰਥਾ ਨਾ ਜਾਂਦਾ ਜੀ ਸੰਤਾਂ ਦੇ ਬੋਲ ਬੋਲੇ, ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ। ਬੋਲ ਬੋਲੇ, ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ। ਸੰਤਾਂ ਦੇ ਬੋਲ ਬੋਲੇ, 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 ਬੋਲ ਬੋਲੇ। ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਜਿੱਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਜਿੱਥੇ ਨਾ ਜਾਂਦੇ
जो बोले साध जन सो लेता मान, आपे ही प्रभ रागता भगतन की आण। जो जो बोले साध जन सो लेता मान। ਸਾਧ ਸੰਗਤ ਸਾਧੂ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਉਹਨਾਂ ਨੂੰ ਆਪਣੇ ਪਰਾਏ ਸਾਰੇ ਇੱਕੋ ਜਿਹੇ ਹੁੰਦੇ ਹਨ। ਇਹ ਸੇਵਾ ਦਾ ਫਲ ਹੈ। ਤਲਵਾਰ ਨੂੰ ਬਚਨ ਜਿੱਧਰ ਨੂੰ ਚੱਲ ਪਿਆ ਤਾਂ ਧਾਰੇ ਖੰਡੇ ਨੂੰ ਉਧਰ ਹੀ ਵਾੜ ਕਰਦਾ ਹੈ। ਇਹ ਸੇਵਾ ਦਾ ਫਲ ਹੈ। ਸੰਤ ਮਹਾਰਾਜ ਬਾਬਾ ਬਹਾਦਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ, ਉਹਨਾਂ ਦਾ ਲੜਕਾ ਆਇਆ, ਮਹਾਰਾਜ ਸਾਡੇ ਖੂਹ ਦੇ ਵਿੱਚ ਕੋਈ ਲੋਟ ਸੁੱਟ ਗਿਆ, ਮੇਰੇ ਜੁੰਮੇ ਲੱਗਦੀ ਆ। ਕਹਿਣ ਲੱਗੇ ਵੀ ਤੇਰੇ ਤੇਰੇ ਵਿੱਚ ਕੋਈ? ਕਹਿਣ ਲੱਗਾ ਨਹੀਂ ਮਹਾਰਾਜ ਮੇਰਾ ਕੋਈ ਨਹੀਂ। ਕਹਿਣ ਲੱਗੇ ਫਿਰ ਜੇ ਤੇਰਾ ਨਹੀਂ ਤਾਂ ਫਿਰ ਤੈਨੂੰ ਕੁਛ ਨਹੀਂ ਹੁੰਦਾ, ਜੇ ਹੈ ਤਾਂ ਫਿਰ ਇੱਥੇ ਲਿਹਾਜ਼ ਨਹੀਂ ਰੱਬ ਦਰਗਾਹ ਵਿੱਚ ਕਿਸ ਦਾ। ਕਹਿਣ ਲੱਗੇ ਵੀ ਇਹ ਸੁਣਿਆ ਤੂੰ ਝੂਠੀਆਂ ਗਵਾਹੀਆਂ ਦੇ ਦੇਣਾ ਸਪੈਦ ਪੁੱਤ। ਨਹੀਂ ਮਹਾਰਾਜ ਮੈਂ ਤਾਂ ਝੂਠੀਆਂ ਗਵਾਹੀਆਂ ਨਹੀਂ ਦਿੰਦਾ, ਮੈਂ ਤੁਹਾਡੇ ਪਾਸ ਆ ਕੇ ਲੋਕ ਝੂਠ ਬੋਲ ਦਿੰਦੇ ਆ। ਕਹਿਣ ਲੱਗੇ ਵੀ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਪਤਾ ਨਿਆਂ ਹੈ। ਗੁਰੂ ਨਾਨਕ ਦੇਵ ਮਹਾਰਾਜ ਇਹ ਦੱਸਦੇ ਹਨ ਜਿਹੜੇ ਝੂਠੀਆਂ ਗਵਾਹੀਆਂ ਤੇ ਇਸ ਤਰ੍ਹਾਂ ਦੇ ਆਪਣੇ ਕਰਦੇ ਹਨ ਕੰਮ। ਬਾਣੀ ਹੱਥ ਵੱਢਣੇ ਨੂੰ ਬਾਣੀ ਹੱਥ ਵੱਢਣੇ लगे प्रेमिया फिर गुरु नानक का यह हुक्म है वड्डी हाथ दलाल के मुसवी यह करे। जो झूठी गवाही दिंदे हैं उन्होंने हथ पैर वड्डे जाते हैं। साध संगत समा का चक्कर दराहे मंडी तो चढ़ के सरंद बसी इत्थे तहसील होंदी पहले पटियाला जिले गवाही देण जांदा सी। जद लगा चढ़न गड्डी साध संगत हाथ छुट गया, गड्डी चल पई, उत्थे डिग पिया। दोनों ही हाथ वड्डे गए, दोनों ही पैर वड्डे गए, चारे ही। छेती नाल चक्या, कहने लगा भी मेरे घर दे पता कर दो, मैं तो इत्थे नेड़े दा ही हां, मैनूं किसी ने नहीं सोचा, मैं अपने आप ही डिगा हाँ। मेरे हाथ पैर जिहड़े वड्डे गए, किसी का कोई कसूर नहीं। खन्ने लगे गड्डे ते पा के, कहने लगे भी चार ऑपरेशन, चारे हाथ दोनों हाथ दोनों पैर वड्डे गए। लुधियाने ले जाओ, लुधियाने लगे, कहने लगा इतने बड़े 4 ऑपरेशन, कितना खून निकल गया, बचा बड़ा मुश्किल, बहुत सारे आदमी लियाओ, इस दे विच खून पाना, बाकी 4 ऑपरेशन टंके लगने हैं। कहने लगा भरावो हुण जाण दी किते लोड़ नहीं है, तो मेरे पिता का ही बचन सी, वड्डी हाथ लाल के बस हो गई, मैं गवाही देण जांदा सी, जाओ ना। कहने लगा बस मैं तो मरन ते तैयार हाँ। साध संगत महापुरख जिहड़े हैं वो किसी का लिहाज नहीं करते, सच्चाई ते चलते हैं। महापुरखों का बोलिया आया बचन व्यर्थ नहीं जाता, चाहे कोई भी है, चाहे अपना चाहे पराया। छेवें सतगुरु महाराज ने मठियाई घर दे विच विआह सी बीबी वीरो दा, संगतां आईयां, महाराज कहने लगे भी लंगर गुरु का वध गया, जाओ घर दे विचों मठियाई लियाओ। गए सिख माता दमोदरी जी कहने लगी अजे तां खाना अपने जवाई भाइयों ने होर अजे पहले संगतां नूं किवें दे दईए, सगना दी मठियाई आ। तानी हम आदमी हाँ एकदमी मोहलत मौत ना जाना, एकदम दे आदमी हाँ। सवासां दा भरोसा कोई नहीं, गुरु जी कहते हैं मनुख मत जानी भी मैं कल कर लूँ, कल किसी नूं नहीं आना। कोई भरोसा नहीं जिंदगी दा, नाम जपदे अखन ढिल ना कीजे मेरी जिंदड़िए,
मत के जापे सह आवे के ना आवे राम। जिंदगी का भरोसा है, श्वास का कोई पता नहीं आवे या ना आवे। गुरु जी कहते हैं जेड़ा श्वास चले गया वह चले गया, और आने वाले का पता कोई नहीं भी अगला आवे या ना आवे। श्वास ते मनुख तो ऐ ना समझ मैं फेर कर लूं, फेर किस नूं नहीं। हुणे मौका संभाल कबीर काल करम ता अवे कर। ਜਿਹੜਾ कहना ना भी कल नूं कर लूं चंगा काम, वो आप हुण कर। हुण नूं छड्ड के उसे समय कर ला, फिर मौका नहीं मिलना। जे समा हथों खुंज गया बस फिर तां ਉਹੀ लम्मा चक्कर तैयार है जो मुक्कण वाला नहीं। ਇਹੋ ਜਿਹਾ लम्मा चक्कर पैना है, मुद्दत पई चराणियां फिर कड्डू आवे रुत। बड़े चिर काल दा जुगां दा सफर पै जाना है। अगे इसे सफर दे विचों आए हां, बहुत जुग फिरत फिरत मानस देह लही। नानक कहत मिलन की बरिया, सिमरत कहाँ नहीं। हुण समा है, मौका है सासंग, समा फेर प्राप्त नहीं होना। देख लो तुसीं आपे सोच लो, पशुओं की जूनी दे विच पै गए, जवानी साथों खोई जानी है। फिर असीं मंग के भुखे तिहाए खड़ा है, भुखा कद नहीं कहो कि मैनूं भुखा पट्ठे पा दिओ जां पानी पिया दिओ। तड़फदा है किले ते, पता याद आ गया पानी पियाता, नहीं तो खड़ा भुखा तो है। साध संगत फिर इहो जिहियां दुनिया दे विचों आए हां। जे हुण इह समां हत्थों छुट गया, ਉਹੀ फेर तैयार है, फिर ये समा नहीं आउणा। इस वास्ते गुरु जी दसदे हन, चार पाव दोए सिंह गुंग मुख, तब कैसे गुन गई है। हुण समा है, मौका है। जे तू कहे बथेरा समा है, फेर कर लांगे, फेर गुण गा लांगे। गुरु जी कहन लगे मनुख फेर किहड़ा समा, जा तू पशुओं की जूनी विच पै के किले ते भुखा ते है तड़फेगा, उदों समा आऊगा। जवान भी तेरे पास नहीं रहनी, ये भी तेथों खोही जानी है। तेरे विच बोलण की शक्ति भी नहीं रहनी भी मंग के पानी नहीं। हुण समा है, संभाल इसनूं। गूंगा मुख हो जू शेर के गूंगा, गूंगा मुख हो जू शेर के गूंगा। आपे सोच लो भी जद अपने पासों
ਇਹ ਮਨੁੱਖਾ ਸਰੀਰ ਖੋਹਿਆ ਗਿਆ, ਹੱਥੋਂ ਚਲੇ ਗਿਆ। ਇਹ ਜੂਨੀ ਪ੍ਰਾਪਤ ਹੋ ਗਈ। 4 ਪਾਵ 2 ਸਿੰਘ ਗੁੰਗ ਮੁਖ, 4 ਪੈਰ ਹੋ ਗਏ, 2 ਸਿੰਘ ਤੇ ਮੁਖ ਹੋ ਗਿਆ ਗੂੰਗਾ। ਹੁਣ ਆਪੇ ਸੋਚ ਲਓ ਸਾਰੇ ਵੀ ਫੇਰ ਆਪਾਂ ਨੂੰ ਇਹ ਗੁਣ ਗਾਉਣ ਦਾ ਸਮਾਂ ਮਿਲ ਜੂ। ਕਿਤਨੇ ਕੁ ਪਸ਼ੂ ਡੰਗਰ ਆ ਕੇ ਬਾਣੀ ਸੁਣਦੇ ਸਤਸੰਗ ਕਰਦੇ ਹਨ। ਇਹ ਮਨੁੱਖਾ ਜਨਮ ਦੇ ਵਿੱਚ ਹੀ ਅਧਿਕਾਰ ਹੈ ਬਾਣੀ ਪੜ੍ਹਨ ਸੁਣਨ ਦਾ, ਸਤਸੰਗ ਕਰਨ ਦਾ। ਗਾ ਲਓ ਹੁਣ ਜਿਸ ਤੋਂ ਗੁਣ ਗਾਏ ਜਾਂਦੇ ਹਨ। ਹੁਣ ਸਮਾਂ ਹੈ, ਵਾਰੀ ਹੈ। ਇਹ ਸਮਾਂ ਬਾਰ-ਬਾਰ ਪ੍ਰਾਪਤ ਨਹੀਂ ਹੋਣਾ। ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਸਮਾਂ ਪ੍ਰਾਪਤ ਹੋਇਆ ਹੈ। ਹੁਣ ਇਸ ਜ਼ਮਾਨ ਨੂੰ ਸਫਲਿਆਂ ਕਰੋ, ਤਗੜੇ ਹੋ ਕੇ ਹਰੀ ਦੇ ਗੁਣ ਗਾ ਕੇ ਇਸ ਨੂੰ ਸੰਵਾਰ ਲਓ ਜੇ ਸੰਵਾਰਿਆ ਜਾਂਦਾ ਹੈ। ਐਸਾ ਸਮਾਂ ਤੈਨੂੰ ਫੇਰ ਨਾ ਮਿਲੇ, ਐਸਾ ਸਮਾਂ ਫੇਰ ਨਾ ਮਿਲੇਗਾ, ਐਸਾ ਸਮਾਂ ਫੇਰ ਨਾ ਮਿਲੇਗਾ, ਐਸਾ ਸਮਾਂ ਫੇਰ ਨਾ ਮਿਲੇਗਾ। ਐਸਾ ਸਮਾਂ ਤੈਨੂੰ ਫੇਰ ਨਾ ਮਿਲੇ, ਐਸਾ ਸਮਾਂ ਤੈਨੂੰ ਫੇਰ ਨਾ ਮਿਲੇਗਾ, ਐਸਾ ਸਮਾਂ ਤੈਨੂੰ ਫੇਰ ਨਾ ਮਿਲੇਗਾ, ਐਸਾ ਸਮਾਂ ਤੈਨੂੰ ਫੇਰ ਨਾ ਮਿਲੇਗਾ। ਹੱਥਾ ਫਿਰਤ ਫਿਰਤ ਤੂੰ ਆਇਆ, ਦੁਲੱਭ ਦੇ ਕਲਯੁਗ ਮੈਂ ਪਾਇਆ। ਫਿਰ ਇਹ ਅਵਸਰ ਚਰੇ ਨਾ ਹਾਥਾ, ਨਾਮ ਜਪੇ ਤੋਂ ਕਟਿਏ ਹਾਥਾ। ਸਤਿਗੁਰੂ ਜੀ ਕਥਨ ਕਰਦੇ, ਐ ਮਨੁੱਖ ਫੱਫੇ ਅੱਖਰ ਦੁਆਰਾ ਤੋਂ ਫਿਰਦਾ ਫਿਰਦਾ 84 ਲੱਖ ਜੂਨ ਦੇ ਵਿੱਚ ਆਇਆ ਮਨੁੱਖਾ ਸਰੀਰ ਦੇ ਵਿੱਚ। ਹੁਣ ਇਹ ਸਮਾਂ ਹੈ, ਮੌਕਾ ਹੈ। ਫਿਰ ਇਹ ਅਵਸਰ ਚਰੇ ਨਾ ਹਾਥਾ, ਫਿਰ ਅਵਸਰ ਨਾ ਆਉਂਦਾ ਸਮੇਂ ਦਾ। ਐ ਮਨੁੱਖ ਇਹ ਫੇਰ ਸਮਾਂ ਤੈਨੂੰ ਪ੍ਰਾਪਤ ਨਹੀਂ ਹੋਣਾ ਜੇ ਹੱਥੋਂ ਛੁੱਟ ਗਿਆ। ਮੌਕਾ ਹੈ, ਸੰਭਾਲ ਕਦਰ ਕਰ ਇਸ ਦੀ। ਫਿਰ ਇਹ ਅਵਸਰ ਚਰੇ ਨਾ ਹਾਥਾ, ਨਾਮ ਜਪੇ ਤੋਂ ਕਟੀਏ ਫਾਸਾ। ਹੁਣ ਜਪ ਲਾ ਨਾਮ ਨੂੰ, ਬੰਨ ਲਾ ਖਰਚ ਪੱਲੇ ਨਾਮ ਰੂਪੀ, ਚੰਗੇ ਗੁਣਾ ਰੂਪੀ, ਜਿਸ ਕਰਕੇ ਸੁਖ ਦੇ ਨਾਲ ਅੱਗੇ ਪਰਲੋਕ ਰੂਪੀ ਘਰ ਨੂੰ ਜਾਵੇਗਾ। ਸਾਧ ਸੰਗਤ ਜਿਨ੍ਹਾਂ ਨੇ ਖਰਚ ਬੰਨਿਆ ਹੈ ਉਹ ਬੜੀਆਂ ਖੁਸ਼ੀਆਂ ਦੇ ਨਾਲ ਜਾਂਦੇ ਹੋ, ਰੋਂਦੇ ਨਹੀਂ। ਬਾਕੀ ਸਾਰੀ ਦੁਨੀਆ ਮਰਨ ਵੇਲੇ ਰੋਂਦੀ ਹੈ, ਦੁਖੀ ਹੁੰਦੀ ਹੈ ਮੌਤ ਦਾ ਨਾਂ ਸੁਣ ਕਰਕੇ। ਇੱਕ ਰਾਜਾ ਟਾਪੂ ਸਮੁੰਦਰ ਦੇ ਵਿੱਚ ਛੋਟਾ ਜਿਹਾ, ਉਹਦਾ ਇਹ ਸੋਚ ਸੀ ਟਾਪੂ ਦੇ ਵਿੱਚ ਹਰ ਇੱਕ ਘਰ ਦਾ ਸਾਲ ਬਾਅਦ ਇੱਕ ਰਾਜਾ ਬਣਾਇਆ ਜਾਂਦਾ ਹੈ। ਸਾਧ ਸੰਗਤ ਰਾਜੇ ਤਾਂ ਲੱਖ ਬਣਨ ਵੇਲੇ ਖੁਸ਼ੀ ਹੁੰਦੀ ਹੈ, ਕਿਤਨੇ ਜ਼ੁਲਮ ਕਰਦੇ ਹਨ। ਰਾਜੇ ਬਣਨ ਵਾਸਤੇ ਬਹੁਤ ਪਾਪੜ ਵੇਲਦੇ ਹਨ। ਰਾਜੇ ਬਣਨ ਵਾਸਤੇ ਬਾਦਸ਼ਾਹਾਂ ਨੇ ਆਪਣੇ ਭੈਣ ਭਾਈ ਮਰਵਾਏ, ਰਾਜੇ ਬਣੇ। ਰਾਜ ਪਿਆਰੇ ਰਾਜਿਆਂ ਭਾਈ ਦੁਪਿਆਰੇ। ਔਰੰਗਜ਼ੇਬ ਦੀ ਮਿਸਾਲ ਮਸ਼ਹੂਰ ਹੈ, ਜਿਸ ਨੇ ਆਪਣੇ ਬਾਪ ਦੀਆਂ ਅੱਖਾਂ ਕਟਵਾਈਆਂ
भाई मरवाए, छोटे छोटे बच्चे भतीजे मरवाए और बड़े बड़े उसने जुल्म किए अपने राज की प्राप्ति वास्ते। पर साथ साथ इस टापू की एक न्यारी रीति है, जिसनों राजा बनाया जाता साथ साथ वो रोंदा उस दिन। इन्हां दा असूल बनाया सी, 1 साल बाद राजा नवा बदलदा, जिहड़ा राजा पहला सी उसनों समुद्र विच लिजा के डोब दिंदे। साल बाद एक घर का राजा बनाया जाता। जिन्हें भी राजा बनना, जिहदी वारी आनी उसनों पहले ही अपने फिक्र लग जाता कि मैं राजा बनना, मेरी मौत आ गई। साथ साथ हुण तां इहो जी हालत हुण भी हुई है। ਜਿਹੜਾ भी कोई अपना माड़ा जा ਉਹਦੇ ਤੇ ਆਉਂਦਾ, साथ साथ ਉਸੇ समय पहले चुप करके मौज ना फिरदा, उसने गारदा लग जांदियां ਉਹਦੇ ਆਲੇ ਦੁਆਲੇ पुलिस भी किते मार ना देण। सो तां हुण भी डर, तां हुण भी आ, पता नहीं किहड़े वेले इधरों भी मौत गोली आए, इधरों भी आए, डरदे फिरदे विचारे। ਇਹੋ ਜਿਹਾ ਕੋਈ ਨਹੀਂ ਹੈ ਤਾਂ ਤੁਹਾਡਾ ਭਾਈ ਹੀ ਸੁਖ ਨਾਲ ਦਿਨ ਕੱਢਦਾ, ਪਰ ਜ਼ਿਆਦਾ ਅਫਸਰ ਬਣ ਜਾਂਦਾ। ਦੇਖ ਲਓ ਫਿਰ ਕਿਵੇਂ ਆਪਣੇ ਉਹਨਾਂ ਦੀ ਹਾਲਤ, ਕਿਵੇਂ ਆਪਣੇ 4 ਫੇਰੇ ਰਫਲਾਂ ਲੈ ਕੇ ਸਿਪਾਹੀ ਫਿਰਦੇ ਹਨ। ਪਰ ਸਾਥ ਸਾਥ ਜਦ ਆਉਣੀ ਉਹ ਤਾਂ ਆਉਣੀ ਆ, पर डर तो उन्होंने बनया ही होया भी इधरों ना आ जाए, इधरों ना आ जाए। इस देश के विच ये रिवाज से कि साल बाद नवा राजा बनाया जाता। राजा बनने वाला मनुख रोंदा है, ਉਹਦਾ साल पर बस ऐ निकल जाता जिवें बस रोंदियां करांदियां भी बस सामने मौत ही आ। अपने देश का एक मनुख जाके उस टापू दे विच वसिया वपारी सी। समा होया वसदिया साल बाद उसकी भी वारी आ गई राजा बन दे। ਉਹ ਸਿਆਣਾ ਸੀ, ਸਮਝ ਵਾਲਾ ਸੀ ਵੀ ਇਹ ਫੁੱਦੂ ਲੋਕ ਸਾਰੇ ਅਣਜਾਣ ਇਕੱਠੇ ਨੂੰ ਪਤਾ ਕਿਸੇ ਨੂੰ ਕੋਈ ਦਾ ਕਿਸੇ ਚੀਜ਼ ਦਾ ਨਹੀਂ। ਜਿਹੜਾ ਵੀ ਰਾਜਾ ਬਣਦਾ ਰੋਂਦੇ ਆਪਣਾ ਸਾਲ ਪੂਰਾ ਕਰਕੇ ਮਰ ਜਾਂਦਾ ਹੈ। ਸਮਝ ਵਾਲਾ ਸਿਆਣਾ ਸੀ, ਉਹ ਬੜੀ ਖੁਸ਼ੀ ਦੇ ਨਾਲ ਹੱਸ ਰਿਹਾ ਹੈ। ਲੋਕ ਹੈਰਾਨ ਕਿ ਆਹ ਵਿਦੇਸ਼ੀ ਆਦਮੀ ਦੀ ਵਾਰੀ ਹੈ ਰਾਜਾ ਬਣਦੀ, ਇਹ ਬੜਾ ਖੁਸ਼ ਹੈ। ਔਰ ਸਾਰੇ ਰੋਂਦੇ ਨੇ ਜਿਹਨੇ ਰਾਜਾ ਬਣਨਾ ਹੁੰਦਾ, बड़ा प्रसन्न है, खुश है। पता सी उसनों सारा ही भी अनजान देश है। जद राजा बनया खजाने देखे, साथ संग खजाने हीरे मोती धन दे नाल भरे पे हैं। क्योंकि जिहड़ा राजा बनदा उन्हें की बनाना, उन्होंने सामने मौत दिखदी भी मर जाना, बस खजाने धन दे नाल भरे रहिंदे। उस राजा ने उस समय ही जितने खजाने सी साथ संग फिर परोपकार वास्ते खोलते, जगह जगह स्कूल और चंगे परोपकार वास्ते धर्मशाला गुरुद्वारे जो भी धार्मिक मंदिर स्थान सन बनाने, चंगे चंगे होर सहूलतां देश विच पैदा कीतियां। धन दे खजाने तां भरे पए सी, अजे तक किसी ने कोई धन कढिया ही नहीं सी जिहड़ा जमा रहिंदा। लोग बड़े प्रसन्न खुश हो गए भी इहो जिहा अजे तक राजा ही नहीं बनिया। जिहड़ा भी राजा बनदा सी रोंदा ही अपना साल पूरा कर जांदा। बहुत लोग खुश हैं, जितना खजाना सी वेला करता उसने और लोगों के वास्ते परोपकार वास्ते। बड़े लोग खुश हैं हुण इस राज के उपर। पर साथ साथ हुण इन्हूं पता तो इन्होंने सी भी साल बाद मैनूं भी डुबना इन्होंने। समझ वाला सी उसने हुण अपने एक बहुत डूंगा सरोवर बनवाया। उसदे विच इसने जो तारू सन उन्होंने मंगा के ते चुंबियां लाउण वाले मंगा के इसने सारी जल दे विच तरन दी ते चुंबियां लाउण दी दम साधन दी विद्या सीखी। भाव चुंबी मार के घंटा घंटा 2-2 घंटे पानी दे विच ही बैठे रहना, ये पानी दे विच श्वास रोकण दी इसने सारी विद्या सीखी। और कुछ समय तो बाद इसने हुण नाल दा टापू जिहड़ा सी राजा उस दे विच पहुंचिया। उत्थे दे राजा दे नाल मुलाकात कीती, बहुत सारी इसने जायदाद उत्ते खरीदी। बड़ा सोहना बाग बगीचा 4 दीवारी आले दुआले कीती और इस दे विच सोहणे मकान ते कोठियां बनाईयां गईयां, फुहारे लाए गए। उत्थे कुछ आदमी भी छड्डे गए ते आप इस तरह आउंदा जांदा है। देश विच किसी नूं इस गल दा पता नहीं। सारी तैयारी कर ली साथ साथ। उधर उसने पता दसी भी मैनूं डुबना, नाले तां प्रजा इधर बहुत खुशी है, नाले साथ साथ अपना राह दा खर्च उसने बन लिया। दूसरे देश दे विच इतनी तैयारी की, बहुत सोहणे सोहणे महल बना लए। साल आ गया हुण, प्रजा बहुत खुश है भी इसनूं ना डुबे जा। पर जिहड़ा कानून सी देश दा ਉਹਦੇ अनुसार प्रजा दुखी बहुत है। पर यह हसदा जा रहा क्योंकि इन्हें राह का खर्च बनिया होया सी। जिन्हें खर्च बनिया उन्होंने काहदा डर होता सुखां दे नाल, उसनूं पता भी मैं तो बसना अपने। खाट चलो हर लाहा आगे बस न सुए लागी, खाट चलो हर लाहा
ਚਲੋ ਹਰ ਲਾਣਾ ਤੇਰੇ ਵਚਨ ਤੇ ਲਾਗੀ ਸੇਵਾ ਪਾਠ ਚਲੋ ਹਰ ਲਾਣਾ ਤੇਰੇ ਵਚਨ ਤੇ ਲਾਗੀ ਸਾਲ ਲੰਘਦਿਆਂ ਕੀ ਦੇਰੀ ਲੱਗਦੀ ਹੈ। ਇਸਨੇ ਆਪਣਾ ਸਾਰਾ ਅਗਲਾ ਪ੍ਰੋਗਰਾਮ ਸਾਰਾ ਸੈੱਟ ਕਰ ਲਿਆ। ਉਧਰਲੇ ਆਪਣੇ ਜਿਹੜੇ ਆਦਮੀ ਛੱਡੇ ਸੀ ਉਹਨਾਂ ਨੂੰ ਸਾਰੀ ਗੱਲ ਸਮਝਾਤੀ ਕਿ ਉਸ ਦਿਨ ਤੁਸੀਂ ਆਪਣੇ ਕਿਸ਼ਤੀਆਂ ਬੇੜੀਆਂ ਲੈ ਕੇ ਸਮੁੰਦਰ ਦੇ ਵਿੱਚ ਆ ਜਾਣਾ ਜਿਸ ਦਿਨ ਮੈਨੂੰ ਡੋਬਣਗੇ। ਔਰ ਇਹਦਾ ਦਮ ਕਈ ਘੰਟਿਆਂ ਦਾ ਸਾਧਿਆ ਹੋਇਆ ਸੀ। ਪਾਣੀ ਦੇ ਵਿੱਚ ਚੁੰਬੀ ਮਾਰ ਕੇ ਕਿਤਨਾ ਚਿਰ ਆਪਣੇ ਬਾਹਰ ਨਾ ਨਿਕਲਣਾ। ਇਹ ਸਾਰੀ ਤਿਆਰੀ ਕਰ ਰੱਖੀ ਤਾਂ ਹੀ ਖੁਸ਼ੀ ਦੇ ਨਾਲ ਪ੍ਰਸੰਨ ਫਿਰ ਰਿਹਾ ਸੀ। ਅੱਗੇ ਜਿਤਨੇ ਰਾਜੇ ਹੁਣ ਤੱਕ ਮਰੇ ਰਾਜ ਕੀਤੇ ਸਾਰੇ ਰੋਂਦੇ ਦੁਹਾਈਆਂ ਪਾਉਂਦੇ ਜਾਂਦੇ, ਪਰ ਇੱਕੋ ਹੀ ਇਹ ਰਾਜਾ ਜਿਹੜਾ ਆਪਣੇ ਖੁਸ਼ੀਆਂ ਦੇ ਨਾਲ ਹੱਸਦਾ ਹੋਇਆ ਫਿਰ ਰਿਹਾ, ਜਿਹਨੂੰ ਮੌਤ ਦਾ ਕੋਈ ਡਰ ਨਹੀਂ। ਮੌਤ ਦਾ ਡਰ ਹੋਏ ਵੀ ਕਿਨੇ, ਇਸਨੇ ਆਪਣਾ ਇੰਤਜ਼ਾਮ ਕੀਤਾ ਹੈ ਸਾਰਾ। ਲੋਕ ਬੜੇ ਪ੍ਰਸੰਨ ਖੁਸ਼ ਹਨ। ਇਹਦੇ ਨਿਆਂ ਤੇ ਸਾਰੀ ਪ੍ਰਜਾ ਨੂੰ ਸੁੱਖ ਦਿੱਤਾ, ਬੜੀਆਂ ਸਹੂਲਤਾਂ ਦੇਸ਼ ਵਿੱਚ ਪੈਦਾ ਕੀਤੀਆਂ। ਪਰ ਨਿਯਤ ਸਮੇਂ ਅਨੁਸਾਰ ਸਮਾਂ ਆ ਗਿਆ। ਬੜੀਆਂ ਢੋਲ ਵਾਜੇ ਵਜਾਉਂਦੇ ਹੋਏ ਫੌਜ ਦੇ ਸਮੇਤ ਇਸ ਨੂੰ ਹੁਣ ਸਮੁੰਦਰ ਦੇ ਵਿੱਚ ਲੈ ਕੇ ਚਾੜ ਲਿਆ ਕਿਸ਼ਤੀਆਂ ਦੇ ਵਿੱਚ। ਜਿੱਥੇ ਬਹੁਤ ਡੂੰਘਾ ਸਮੁੰਦਰ ਦਾ ਪਾਣੀ ਸੀ ਉੱਥੇ ਲਿਜਾ ਕਰਕੇ ਫਿਰ ਇਸ ਨੂੰ ਦੇਤਾ ਧੱਕਾ। ਇਹੋ ਹੀ ਅੱਗੇ ਹਾਲਤ ਪਹਿਲੇ ਰਾਜਾ ਨਾਲ ਹੁੰਦੀ ਸੀ, ਉੱਥੇ ਡੁੱਬ ਕੇ ਮਰ ਜਾਂਦਾ, ਨਿਕਲਣਾ ਤਾਂ ਫਿਰ ਕਿਸਨੇ ਸੀ ਉੱਥੋਂ। ਪਰ ਸਾਸਾਂ ਦੇ ਇਸ ਨੇ ਇੰਤਜ਼ਾਮ ਕੀਤਾ ਸੀ ਆਪਣੀ ਮਾਰੀ ਪਾਣੀ ਦੇ ਵਿੱਚ ਚੁੰਬੀ 2-3 ਘੰਟੇ ਪਾਣੀ ਦੇ ਵਿੱਚ ਆਪਣੀ ਨੀਅਤ ਅਨੁਸਾਰ ਚਲੇ ਗਿਆ। ਇਹ ਆਪਣੇ ਵਾਪਸ ਮੁੜਿਆ ਏ ਔਰ ਤਰਨਾ ਸਿੱਖਿਆ ਹੋਇਆ ਸੀ। ਕੁਝ ਸਮਾਂ ਤੇ ਇਸ ਨੇ ਚੁੰਬੀ ਮਾਰ ਕੇ ਕਿਤਨਾ ਚਿਰ ਘੰਟੇ 2 ਘੰਟੇ ਤੱਕ ਬਾਹਰ ਹੀ ਨਾ ਨਿਕਲਿਆ। ਇਹ ਵਿਦਿਆ ਪਾਣੀ ਦੇ ਵਿੱਚ ਸਾਧ ਸੰਗਤ ਸਵਾਸ ਰੋਕ ਕਰਕੇ ਸਾਹ ਲੈਣਾ, ਕਈ ਘੰਟੇ ਪਾਣੀ ਦੇ ਵਿੱਚ ਬੈਠੇ ਰਹਿਣਾ, ਇਹ ਯੋਗ ਵਿਦਿਆ ਅਨੁਸਾਰ ਵੀ ਅਭਿਆਸ ਕੀਤਾ ਜਾਂਦਾ ਹੈ। ਔਰ ਇਤਨਾ ਸਮਾਂ ਕੁਝ ਜੋ ਸੀ ਉਹ ਸਾਰੇ ਵਾਪਸ ਮੁੜ ਗਏ। ਉਦੋਂ ਬਾਅਦ ਫਿਰ ਸਾਧ ਸੰਗਤ ਤੋਂ ਤਰਨ ਲੱਗ ਪਿਆ। ਤਰਦਾ ਆਪਣੇ ਟਾਪੂ ਦੇ ਨੇੜੇ ਚਲੇ ਗਿਆ। ਉਧਰ ਖੜੇ ਸੀ ਕਿਸ਼ਤੀਆਂ ਲੈ ਕੇ ਬੈਂਡ ਵਾਜੇ ਲੈ ਕਰਕੇ ਸਾਧ ਸੰਗਤ। ਜਦ ਉਹਨਾਂ ਨੇ ਰਾਜਾ ਦੇਖਿਆ ਤਰਦਾ ਆ ਰਿਹਾ, ਉਸੇ ਸਮੇਂ ਬੈਂਡ ਵਾਜੇ ਵੱਜਣੇ ਸ਼ੁਰੂ ਹੋ ਗਏ। ਉਧਰਲਾ ਰਾਜਾ ਵੀ ਆਇਆ ਸੀ ਆਪਣੀ ਫੌਜ ਨੂੰ ਲੈ ਕਰਕੇ ਔਰ ਇਹ ਵੀ ਜਾ ਪਹੁੰਚਿਆ ਬੜੀਆਂ ਖੁਸ਼ੀਆਂ ਦੇ ਨਾਲ ਇਸ ਨੂੰ ਲੈ ਕਰਕੇ ਉਸਦੇ ਮਹਿਲਾਂ ਦੇ ਵਿੱਚ। ਸਾਧ ਸੰਗਤ ਹੁਣ ਆਪੇ ਤੁਸੀਂ ਸੋਚ ਲਓ, ਜਿੱਥੇ ਤਾਂ ਇਸ ਦੇਸ਼ ਦੇ ਰਾਜੇ ਮਰਨ ਵਾਲੇ ਸਾਰੇ ਰੋਂਦੇ ਦੁਹਾਈਆਂ ਪਾਉਂਦੇ ਮਰਦੇ ਸੀ, ਪਰ ਜਿਸ ਨੇ ਆਪਣੀ ਤਿਆਰੀ ਕੀਤੀ ਖਰਚ ਬਣਿਆ ਉਹ ਖੁਸ਼ੀਆਂ ਦੇ ਨਾਲ ਪ੍ਰਸੰਨਤਾ ਦੇ ਨਾਲ ਜਾ ਕਰਕੇ ਆਪਣੇ ਹੋਰ ਤਿਆਰੀ ਕੀਤੀ ਸੁੱਖਾਂ ਦੇ ਨਾਲ ਵਸਣ ਲੱਗਾ। ਇਹ ਸਾਸੰਗ ਦ੍ਰਿਸ਼ਟਾਂਤ ਹੈ। ਭਾਵ ਜਿਨ੍ਹਾਂ ਨੇ ਖਰਚ ਬੰਨਿਆ ਉਹ ਖੁਸ਼ੀਆਂ ਦੇ ਨਾਲ ਜਾਂਦੇ ਨੇ। ਇਸੇ ਤਰ੍ਹਾਂ ਸਾਸੰਗ ਇਸ ਰਾਜ ਦੇ ਵਿੱਚ ਇਹ ਰਾਜ ਹੈ ਕਿ ਵੀ ਟਾਪੂ, ਇਹਦੇ ਵਿੱਚ ਇੱਕ ਸਾਰੇ ਜੀਵ ਹਨ। ਮਨੁੱਖਾ ਜਨਮ ਇੱਕ ਸਰਦਾਰ ਹੈ, ਰਾਜਾ ਹੈ। ਜਾਣਾ ਸਾਰਿਆਂ ਨੇ ਸਮੇਂ ਅਨੁਸਾਰ, ਪਰ ਜਿਨ੍ਹਾਂ ਨੇ ਸਾਧ ਸੰਗਤ ਇੱਥੇ ਖਰਚ ਬੰਨ ਲਿਆ, ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ, ਉਹ ਤਾਂ ਬੜੇ ਪ੍ਰਸੰਨ ਖੁਸ਼ ਹੋ ਕੇ ਜਾਂਦੇ ਹਨ। ਕੋਈ ਚਿੰਤਾ ਨਹੀਂ ਮਨ ਦੇ ਵਿੱਚ, ਮੌਤ ਨੂੰ ਚਾਹੁੰਦੇ ਹਨ ਵੀ ਕਦ ਸਗੋਂ ਸੋਹਣੇ ਮਹਿਲਾਂ ਦੇ ਵਿੱਚ ਜਾ ਕੇ ਵਸੀਏ। ਪਰ ਜਿਨ੍ਹਾਂ ਨੇ ਕੁਛ ਕੀਤਾ ਨਹੀਂ ਸਾਧ ਸੰਗਤ ਉਹ ਹੀ ਰੋਂਦੇ ਹਨ, ਦੁਹਾਈਆਂ ਪਾਉਂਦੇ ਹਨ। ਮਰਨ ਵੇਲੇ ਪਤਾ ਵੀ ਸਾਡੇ ਪਾਸ ਕੋਈ ਖਰਚ ਨਹੀਂ, ਅੱਗੇ ਪਰਲੋਕ ਦੇ ਦੁੱਖਾਂ ਨੂੰ ਯਾਦ ਸਾਹਮਣੇ ਸੁਣ ਕਰਕੇ। ਇਹ ਸਾਧ ਸੰਗਤ ਇਹ ਸਮਾਂ ਹੈ, ਮੌਕਾ ਹੈ, ਇਸੇ ਵਿੱਚ ਹੀ ਅਸੀਂ ਕੁਝ ਕਰ ਸਕਦੇ ਹਾਂ। ਪਰਉਪਕਾਰ, ਭਜਨ ਪਾਠ, ਦੇਸ਼ ਭਲਾਈ, ਪਰਉਪਕਾਰ, ਦੇਸ਼ ਦੀ ਸੇਵਾ, ਮਨੁੱਖਾ ਜਨਮ ਨੂੰ ਸੰਵਾਰ ਸਕਦੇ ਹਾਂ। ਹੋਰ ਕੋਈ ਸਮਾਂ ਨਹੀਂ, ਕੋਈ ਮੌਕਾ ਨਹੀਂ। ਇਹ ਤੇ ਸੰਵਾਰਨ ਦਾ ਗੁਰੂ ਸਾਹਿਬ ਜੀ ਇਹ ਯਤਨ ਦੱਸਦੇ ਹਨ। ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ ਨੂੰ ਜਪਣਾ। ਔਰ ਦੂਸਰਾ ਹੈ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਹ ਮਨੁੱਖ ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇ ਹੀ ਪਾਈ। ਜਿਹੜੇ ਪ੍ਰੇਮੀ ਕੱਲ ਹਾਜ਼ਰ ਸਨ ਨੂੰ ਪਤਾ ਹੈ ਕਿ ਵਿਚਾਰ ਚੱਲੀ ਸੀ ਗੁਰੂ ਦੀ ਸੇਵਾ ਕੀਤੇ ਮਨੁੱਖਾ ਜਨਮ ਦੀ ਸਫਲਤਾ ਹੈ। ਇਸ ਤੋਂ ਬਿਨਾਂ ਹੋਰ ਕੋਈ ਯਤਨ ਨਹੀਂ ਹੈ ਕਿ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਤੈਨੂੰ ਗੋਬਿੰਦ ਦੀ ਭਗਤੀ ਕਰਨ ਵਾਸਤੇ। ਹੋਰ ਮੌਕਾ ਕੋਈ ਨਹੀਂ। ਇਸ ਸਮੇਂ ਦੇ ਵਿੱਚ ਹੀ ਹੁਣ ਤੂੰ ਆਪਣਾ ਮਨੁੱਖਾ ਜਨਮ ਸੰਵਾਰਨਾ ਕਰ। ਤਨ ਜੀ ਗੁਰੂ ਨਾਨਕ ਸਾਹਿਬ ਤਨ
ਗੁਰੂ ਅੰਗਦ ਸਾਹਿਬ ਜੀ ਦਾ ਗੁਰੂ ਅਮਰਦਾਸ ਜੀ ਪਾਣਾ ਗੁਰੂ ਅਮਰਦਾਸ ਜੀ ਪਾਣਾ ਗੁਰੂ ਅਰਜਨ ਸਾਹਿਬ ਪਾਣਾ ਗੁਰੂ ਹਰਗੋਬਿੰਦ ਸਾਹਿਬ ਪਾਣਾ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਪਾਣਾ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ ਡੋ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ